ਤੇ ਕਹਿੰਦੇ ਕਿ ਸੁਖਬੀਰ ਬਾਦਲ ਕਹਿੰਦੇ ਨੇ ਮਾਫੀ ਮੰਗ ਲਓ। सीएम ने कहा कि तुसी केस कर लो, मैं केस करने के लिए तैयार है। मुख्यमंत्री ने दावा इत्थों तक कर दिता कि मैं तो कोशिश करांगा कि तरीकां जिहड़ियां अदालत दे विच पैंदियां ने फटाफट पैण, यानी कि जल्दी जल्दी तरीकां पैण ते पूरा सच सामने आ सके। और एक चीज़ क्लीयर नज़र आ रही है, सीएम दे वल्लों माफ़ी नूं लैके तां हुण तक कोई पॉइंट नहीं है, साफ है कि वो माफ़ी नहीं मंगणगे। दूजे पासे सुखबीर बादल यानी श्रोमणी अकाली दल दे प्रधान लग रहा कि हुण लीगल तौर दे उत्ते मानहानि दा केस करनगे। ਅੱਜ इस पूरी चर्चा ਦੇ ਵਿੱਚ ਅਸੀਂ ਮਾਣਹਾਨੀ ਦਾ ਜ਼ਿਕਰ ਤਾਂ ਕਰਾਂਗੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਿਆਸੀ ਲੀਡਰ ਹੁੰਦੇ ਨੇ, ਬਹੁਤ ਵੱਡੇ ਨਾਮ ਨੇ ਇਹ ਪੰਜਾਬ ਦੇ। ਇੱਕ ਸਾਬਕਾ ਉਪ ਮੁੱਖ ਮੰਤਰੀ ਨੇ, ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਇੱਕ ਪੰਜਾਬ ਦੇ ਮੁੱਖ ਮੰਤਰੀ ਮੌਜੂਦਾ ਭਗਵੰਤ ਸਿੰਘ ਮਾਨ, ਕਿ ਜਦੋਂ ਇੰਨੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਜਾਂ ਮੌਜੂਦਾ ਸਮੇਂ ਦੇ ਵਿੱਚ ਵਿਰਾਜਮਾਨ ਜਿਹੜੇ ਇਹ ਸਿਆਸਤਦਾਨ ਹੁੰਦੇ ਨੇ, ਇਹਨਾਂ ਨੂੰ ਡੈਫਾਮੇਸ਼ਨ ਜਾਂ ਮਾਣਹਾਨੀ ਦੇ ਕੇਸ ਦੇ ਨਾਲ ਕਿੰਨਾ ਅਸਰ ਪੈਂਦਾ ਹੈ, ਕਿੰਨਾ ਗੰਭੀਰਤਾ ਦੇ ਨਾਲ ਇਹ ਪੂਰੇ ਮੁੱਦੇ ਨੂੰ ਲੈਂਦੇ ਨੇ। ਜ਼ਿਕਰ ਖਾਸ ਇਹ ਵੀ ਹੈ ਕਿ ਜੇ ਮਾਣਹਾਨੀ ਦਾ ਕੇਸ ਚੱਲਦਾ ਹੈ, ਅਦਾਲਤਾਂ ਦੇ ਵਿੱਚ ਜਿਹੜੀ ਚਾਰਾਜੋਈ ਹੈ ਉਹ ਚੱਲਦੀ ਰਹਿੰਦੀ ਹੈ, ਤੇ ਜਦੋਂ ਨਤੀਜਾ ਆਏਗਾ ਜਾਂ ਅਦਾਲਤ ਦਾ ਜੋ ਵੀ ਫੈਸਲਾ ਹੋਏਗਾ ਉਸ ਦੇ ਵਿੱਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ, ਹਾਲਾਂਕਿ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਤਾਂ ਅੱਜ ਚਰਚਾ ਇਸ ਦੇ ਉੱਤੇ ਤੇ ਸਵਾਲ ਇਹ ਵੀ ਹੈ ਕਿ ਜਦੋਂ ਬਿਆਨਬਾਜ਼ੀਆਂ ਦੋਵੇਂ ਪਾਸੇ ਤੋਂ ਹੋ ਰਹੀਆਂ ਨੇ ਔਰ ਗੱਲ ਲੀਗਲ ਟੈਸਟ ਜਾਂ ਲੀਗਲ ਬੈਟਲ ਤੱਕ ਪਹੁੰਚ ਚੁੱਕੀ ਹੈ, ਤਾਂ ਇਸ ਦੇ ਵਿੱਚ ਤੁਹਾਡਾ, ਸਾਡਾ, ਪੰਜਾਬ ਦਾ, ਪੰਜਾਬੀਆਂ ਦਾ ਕੀ ਫਾਇਦਾ ਹੋ ਰਿਹਾ ਹੈ? ਸ਼ਾਇਦ ਕੁਝ ਨਹੀਂ। ਤਾਂ ਅੱਜ ਚਰਚਾ ਇਸ ਪੂਰੇ ਮੁੱਦੇ ਉੱਤੇ ਹੋਵੇਗੀ। ਇੱਕ ਪਾਸੇ ਅਲਟੀਮੇਟਮ ਹੈ ਸੁਖਬੀਰ ਸਿੰਘ ਬਾਦਲ ਦਾ ਕਿ 5 ਦਿਨ 'ਚ ਮਾਫੀ ਮੰਗੋ, ਇੱਕ ਪਾਸੇ ਚੈਲੰਜ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਤੁਸੀਂ ਕੇਸ ਕਰੋ। ਰਿਪੋਰਟ ਦੇਖੋ, ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ ਕਰਾਂ। ਬਾਲਾਸਰ ਨਹਿਰ ਵਾਲੇ ਮਸਲੇ ਤੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਨਹਾਨੀ ਦਾ ਨੋਟਿਸ ਭੇਜੇ ਜਾਣ ਦੇ ਦਾਅਵੇ ਤੇ ਤਿੱਖਾ ਪਲਟਵਾਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। 1 ਨਵੰਬਰ ਨੂੰ ਲੁਧਿਆਣਾ ਦੀ ਪੀਏਯੂ ਵਿੱਚ ਹੋਈ ਮਹਾ ਡਿਬੇਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਬਾਲਾਸਰ ਦਾ ਜ਼ਿਕਰ ਕੀਤਾ ਸੀ ਤਾਂ ਸੁਖਬੀਰ ਬਾਦਲ ਨੇ ਆਪਣੇ ਪਰਿਵਾਰ ਦੇ ਮਾਣ ਨੂੰ ਸੱਟ ਪਹੁੰਚਾਉਣ ਵਾਲਾ ਕਰਾਰ ਦਿੰਦਿਆਂ ਬੀਤੇ ਦਿਨੀ ਦਾਅਵਾ ਕੀਤਾ ਸੀ ਕਿ ਉਹ ਇਸ ਤੇ ਮਾਨਹਾਨੀ ਦਾ ਨੋਟਿਸ ਭੇਜਣਗੇ ਅਤੇ ਮੁੱਖ ਮੰਤਰੀ ਮੁਆਫੀ ਮੰਗਣ। ਪਰ ਮੁੱਖ ਮੰਤਰੀ ਨੇ ਇਸ ਤੇ ਸਪਸ਼ਟ ਕਰ ਦਿੱਤਾ ਕਿ ਉਹ ਤਾਂ ਚਾਹੁੰਦੇ ਨੇ ਕਿ ਇਹ ਕੇਸ ਕਰਨ ਅਤੇ ਉਹ ਅਦਾਲਤ ਦੇ ਵਿੱਚ ਇਹਨਾਂ ਦੇ ਬਾਰੇ ਸਾਰੇ ਤੱਥ ਪੇਸ਼ ਕਰਨ। ਕਹਿੰਦਾ ਭਗਵੰਤ ਮਾਨ ਮਾਫੀ ਮੰਗੇ। ਸੁਖਬੀਰ ਬਾਦਲ ਕਹਿੰਦਾ ਕਿ ਸਾਡੇ ਪਰਿਵਾਰ ਨੂੰ ਬਦਨਾਮ ਕੀਤਾ ਨਹੀਂ ਤਾਂ ਮੈਂ ਮਾਨਹਾਨੀ ਦਾ ਕੇਸ ਕਰੂੰਗਾ। ਪਹਿਲਾਂ ਮੈਂ ਕਿਹਾ ਮਾਨ ਦਿਖਾ ਤੇਰਾ ਕਿੱਥੇ ਹੈ, ਹਾਨੀ ਬਾਤ ਦੀ ਗੱਲ ਕਰਾਂਗੇ। ਅਸਲ 'ਚ ਮਾਨਹਾਨੀ ਨਹੀਂ ਜੀ, ਭਗਵੰਤ ਮਾਨਹਾਨੀ ਹੋਈ ਉਹਨਾਂ ਨੂੰ। ਕਰ ਕੇਸ ਮਿੱਤਰਾ, ਤੂੰ ਕਰ ਕੇਸ, ਮੈਨੂੰ ਤਾਂ ਮੌਕਾ ਮਿਲੂ, ਮੈਂ ਤਾਂ ਛੇਤੀ ਤਰੀਕਾਂ ਪਵਾਇਆ ਕਰੂੰ। ਕੱਲੀ ਬਾਲਾਸਰ ਵਾਲੀ ਨਹਿਰ ਦੀ ਕੱਲੀ ਇੱਟ ਨਹੀਂ, ਮੈਂ ਬਾਕੀ ਵੀ ਸਾਰਾ ਕੁਝ ਦੱਸੂਗਾ। ਚਲੋ ਕੋਰਟ 'ਚ ਦੱਸਣ ਦਾ ਮੌਕਾ ਮਿਲ ਜੂਗਾ ਮੈਨੂੰ। ਆ ਜਾ ਕਰੋ ਕੇਸ ਮੇਰੇ ਤੇ। सीएम ने कहा कि मैं डरने वाला नहीं है, मैं कोर्ट में बैठ कागज लेके जाऊंगा। कोई गल नहीं, आ जाए छेती जाओ, कोर्ट में लभांगे, कोर्ट में मिलांगे। ਮੁੱਖ ਮੰਤਰੀ ਮਾਨ ਇੱਥੇ ਨਹੀਂ ਰੁਕੇ। ਉਹਨਾਂ ਸੁਖਬੀਰ ਬਾਦਲ ਦੇ ਵੱਲੋਂ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਮਲੰਗ ਕਹੇ ਜਾਣ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ। ਹਰ ਪਿੰਡ 'ਚ 2-4 ਐਜੇ ਮਲੰਗ ਹੁੰਦੇ ਆ ਜਿਹਨੂੰ ਕੋਈ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦਾ ਹੈ। ਉਹ ਸਾਰੇ ਝਾੜੂ ਵਾਲੇ ਸੀ, ਸਾਰੇ ਝਾੜੂ ਵਾਲੇ ਆਪਣੇ 13,000 ਪਿੰਡ ਹੈ, 13,000 ਦੇਖੋ 30-35,000 ਮਲੰਗ ਉਹਨਾਂ ਕੋਲੇ ਸੀ ਜਿਹੜਾ 24 ਘੰਟੇ ਆਪਾਂ ਨੂੰ ਗਾਲਾਂ ਕੱਢਦਾ ਰਿਹਾ। ਸਾਨੂੰ ਮਲੰਗ ਦੱਸਦਾ ਤੇ ਆਪਦਾ ਯੂਥ ਦਾ ਪ੍ਰੋਗਰਾਮ ਸ਼ੁਰੂ ਕੀਤਾ, ਉਹਦਾ ਨਾਮ ਹੈ ਸਾਡੇ ਨੌਜਵਾਨ ਪੰਜਾਬ ਦੀ ਸ਼ਾਨ। ਅੱਛਾ, ਜਿਹੜੇ ਤੇਰੇ ਨਾਲ ਨੇ ਉਹ ਪੰਜਾਬ ਦੀ ਸ਼ਾਨ ਨੇ, ਜਿਹੜੇ ਭਗਵੰਤ ਮਾਨ ਨਾਲ ਨੇ ਉਹ ਮਲੰਗ ਨੇ। ਹੈ ਵਾਹ ਬਈ ਵਾਹ, ਇਹਨਾਂ ਮਲੰਗਾਂ ਤੇ ਹੀ ਰਾਜ ਕੀਤਾ ਤੁਸੀਂ। ਉਹ ਮਲੰਗ ਕੀਤੇ ਕੀ ਨਹੀਂ ਆ ਸੁਖਬੀਰ ਸਿਆ, ਮਲੰਗ ਕੀਤੇ ਕੀ ਨਹੀਂ ਅਸੀਂ। ਉਹ ਤੁਸੀਂ ਪੰਜਾਬ ਨੂੰ ਲੁੱਟ ਕੇ ਜੱਦੀ ਸਰਦਾਰ ਬਣ ਕੇ ਬੈਠ ਗਏ ਤਾਂ ਅਸੀਂ ਤਾਂ ਫਿਰ ਮਲੰਗ ਰਹਿ ਗਏ। ਫਿਰ ਇਹੋ ਜਿਹੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ। ਹਾਲਾਂਕਿ ਮੁੱਖ ਮੰਤਰੀ ਦੇ ਵੱਲੋਂ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਦੇ ਦਾਅਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਮੁਆਫੀ ਮੰਗੀ ਸੀ ਅਤੇ ਹੁਣ ਉਹ ਮੁੱਖ ਮੰਤਰੀ ਤੋਂ ਮੁਆਫੀ ਮੰਗਵਾਉਣਗੇ। ਪੰਜਾਬ ਚੋਂ ਕਬੂਲਨਾਮਾ ਅਰਵਿੰਦ ਕੇਜਰੀਵਾਲ ਸਾਹਿਬ ਦਾ, ਇਹ ਜਦੋਂ ਕੋਰਟ 'ਚ ਕੇਸ ਪਿਆ, ਸਰਦਾਰ ਬਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗੀ ਸੀ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਮਾਨ ਸਾਹਿਬ, ਇਹ ਚਾਹੇ 2 ਦਿਨਾਂ ਨੂੰ ਮੰਗ ਲਓ,
ਚਾਹੇ ਮਹੀਨੇ ਨੂੰ ਮੰਗ ਲਓ, ਮਾਫੀ ਮੰਗਾ ਕੇ ਛੱਡਾਂਗੇ। ਇਹ ਹੁਣ ਜਵਾਬਦੇਹੀ ਉਰੇ ਕੱਲੀ ਕੱਲੀ ਗੱਲ ਦੀ ਹੈ, ਕਿਸੇ ਗੱਲ ਤੋਂ ਭੱਜਣ ਨਹੀਂ ਦੇਣਾ। ਸਿਆਸੀ ਬਿਆਨਬਾਜ਼ੀ ਅਤੇ ਇੱਕ ਦੂਜੇ ਤੇ ਵਾਰ ਪਲਟਵਾਰ ਦੀ ਲੜਾਈ ਲੋਕ ਸਭਾ ਚੋਣਾਂ ਦੇ ਆਗਾਜ਼ ਦਾ ਇਸ਼ਾਰਾ ਤਾਂ ਕਰ ਰਹੀਆਂ ਨੇ, ਪਰ ਅਜਿਹੇ ਵਿੱਚ ਸ਼ਬਦਾਂ ਦੀ ਮਰਿਆਦਾ ਨੂੰ ਟੱਪਦੇ ਸਿਆਸੀ ਬਿਆਨ ਕਈ ਸਵਾਲ ਵੀ ਖੜੇ ਕਰਦੇ ਨੇ। ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਮਾਮਲਾ ਤਾਂ ਗੰਭੀਰ ਹੋਇਆ ਨਜ਼ਰ ਆ ਰਿਹਾ, ਕਿਉਂਕਿ ਇੱਕ ਪਾਸੇ ਕਹਿ ਰਹੇ ਨੇ ਕਿ ਮਾਫੀ ਮੰਗਵਾਵਾਂਗੇ, ਦੂਜੇ ਪਾਸੇ ਕਹਿ ਰਹੇ ਨੇ ਕਿ ਮਾਫੀ ਵਾਲੀ ਤਾਂ ਕੋਈ ਗੱਲ ਨਹੀਂ, ਤੁਸੀਂ ਅਦਾਲਤ ਜਾਓ, ਉੱਥੇ ਹੀ ਮਿਲਾਂਗੇ। ਔਰ ਇਹ ਵੀ ਲੱਗ ਰਿਹਾ ਹੈ ਕਿ ਹੁਣ ਛੇਤੀ ਅਦਾਲਤ ਦੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਚਾਰਾ ਜਾਈ ਹੈ ਉਹ ਸ਼ੁਰੂ ਹੁੰਦੀ ਹੋਈ ਨਜ਼ਰ ਆ ਸਕਦੀ ਹੈ। ਆਪਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਇੱਕ ਪੁਆਇੰਟ ਹੈ ਅੱਜ ਦੀ ਡਿਬੇਟ ਦੇ ਵਿੱਚ, ਮੈਂ ਸ਼ੁਰੂਆਤ ਕੀਤਾ ਕਿ ਹਰ ਗੱਲ ਦਾ ਇੱਕ ਟੀਚਾ ਹੁੰਦਾ ਹੈ। ਅਸੀਂ ਵੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਡਿਬੇਟ ਦੇ ਵਿੱਚ ਅਸੀਂ ਇਹੀ ਟੀਚਾ ਰੱਖਿਆ ਕਿ ਲੋਕਾਂ ਦਾ ਇਸ ਦੇ ਨਾਲ ਕੀ ਨਫਾ ਨੁਕਸਾਨ ਹੈ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਇਸ ਦਾ ਕਿੰਨਾ ਅਸਰ, ਕਿੰਨੀ ਗੰਭੀਰਤਾ ਦੇ ਨਾਲ ਇਹ ਸਿਆਸਤਦਾਨ ਲੈਂਦੇ ਨੇ ਉਹ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬਲਟੋਹਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਪ੍ਰੋਫੈਸਰ ਗੁਰਮੀਤ ਸਿੰਘ ਜੀ ਜੁੜ ਰਹੇ ਨੇ, ਸੀਨੀਅਰ ਪੱਤਰਕਾਰ ਨੇ, ਸਰ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਜੁੜ ਰਹੇ ਨੇ ਗੁਰਵਿੰਦਰ ਸੰਧੂ ਜੀ, ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਹੁਣ ਗੇਂਦ ਅਕਾਲੀ ਦਲ ਵਾਲੇ ਪਾਲੇ 'ਚ ਮੁੱਖ ਮੰਤਰੀ ਨੇ ਸੁੱਟ ਦਿੱਤੀ ਹੈ। ਸਾਡੇ ਨਾਲ ਬਲਟੋਹਾ ਸਾਹਿਬ ਨੇ। ਬਲਟੋਹਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਮੈਂ ਸ਼ੁਰੂਆਤ ਇਸ ਕਰਕੇ ਕਰ ਰਿਹਾ ਕਿਉਂਕਿ ਇੱਕ ਪਾਸੇ ਤੁਸੀਂ ਅਲਟੀਮੇਟਮ ਦਿੱਤਾ 5 ਦਿਨ ਦਾ, ਉਸ ਤੋਂ ਬਾਅਦ ਮੁੱਖ ਮੰਤਰੀ ਨੇ ਉਸ ਨੂੰ ਕਬੂਲ ਕਰ ਲਿਆ ਤੇ ਕਿਹਾ ਕਿ ਠੀਕ ਹੈ ਤੁਸੀਂ ਕੇਸ ਕਰੋ, ਮੈਂ ਮਾਫੀ ਨਹੀਂ ਮੰਗਣ ਵਾਲਾ। ਤੇ ਦੂਜੇ ਪਾਸੇ ਤੁਹਾਡੀ ਪਾਰਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਠੀਕ ਆ, ਹੁਣ ਉੱਥੇ ਹੀ ਮਿਲਾਂਗੇ। ਹੁਣ ਕੇਸ ਕਰਨ ਜਾ ਰਹੇ ਹੋ ਜਾਂ 5 ਦਿਨ ਦਾ ਅਜੇ ਵੀ ਇੰਤਜ਼ਾਰ ਹੈ ਕਿ ਅਗਲੇ 3-4 ਦਿਨ ਦੇ ਵਿੱਚ ਪਿਕਚਰ ਕਲੀਅਰ ਹੋਵੇ ਜਾਂ ਸ਼ਾਇਦ ਉਹਨਾਂ ਦਾ ਮਨ ਬਦਲ ਜਾਵੇ, ਮੁਆਫੀ ਮੰਗ ਲੈਣ, ਤਾਂ ਕੀ ਹਜੇ 2-3 ਦਿਨ ਹੋਰ ਇੰਤਜ਼ਾਰ ਕੀਤਾ ਜਾਏਗਾ ਜਾਂ ਪਹਿਲਾਂ ਹੀ ਕੇਸ ਹੋ ਜਾਣਾ? ਦੂਜਾ ਸਵਾਲ ਮੇਰਾ ਇਹ ਹੈ ਕਿ ਟੀਚਾ ਕੀ ਮਿੱਥਿਆ ਹੋਇਆ ਹੈ ਕਿ ਜੇਕਰ ਇਹ ਕਾਨੂੰਨੀ ਚਾਰਾਜੋਈ ਸ਼ੁਰੂ ਕਰਨ ਜਾ ਰਿਹਾ ਹੈ ਅਕਾਲੀ ਦਲ, ਤਾਂ ਕੁਝ ਨਾ ਕੁਝ ਤਾਂ ਜ਼ਿਹਨ ਦੇ ਵਿੱਚ ਹੋਏਗਾ ਕਿ ਆਖਿਰ ਕੀ ਕਰਨਾ ਚਾਹ ਰਹੇ ਹੋ ਜਾਂ ਕੀ ਟਾਰਗੇਟ ਰੱਖਿਆ ਹੋਇਆ? देखो गौरव जी, मैं बेनती करा, राजनीति बड़ा एक पवित्र ना है जी, ते राजनीति की एक मर्यादा है। चाहे मैं राजनीति शास्त्र ज्यादा नहीं पढ़िया, पर फिर भी राजनीति नूं जो इहदे बारे लोकां च सत्कार हुंदा सी, जां आपां कह लईए कि राजनीतिकां दा सत्कार किया जाता सी, पर जिस तरीके दे नाल राजनीति नूं गंदियां कीता और जिहड़े बदलाव वाले आए सी और जिस तरह दी इन्हां ने भाषा वरती है जी राजनीति दे विच, पंजाब दी राजनीति नूं गंदरिया करता और पंजाब दी राजनीति नूं बदनाम करता। और जिथों तक चले गए ने, ना धीआं बख्शियां, ना भैणां बख्शियां, ते ना किसी का किरदार बख्शिया। ते मेरा ख्याल है कि जिहड़ी तुसीं गल कीती है कि कित्थों तक जाओगे, असीं बड़ा जर लिया, बहुत जरिया है, किकलियां भी जरियां ने। हाँ जी, बीबा हरसिमरत कौर बादल ते उन्हां दी बच्चियां बारे भी बड़ा कुछ जरिया है। होर साडियां जिहड़ियां धीआं भैणां ने उन्हां बारे बड़ा कुछ जरिया है। पर हुण मन बनाया कि रोक लाउणी, रोक लाउणी नहीं, नत्थ पाउणी। हुण केजरीवाल क्यों नहीं बोलता? केजरीवाल नूं नत्थ पै गई ना, नहीं तो केजरीवाल बाहां लंबियां कर करके मजीठिया, जेकर तुम में शक्ति हो तो मुझे कर लो, नहीं तो मैं घसीट कर लेकर जाऊंगा कॉलर से पकड़ कर। हुण बोलदा ਇਹ ਲੋਕ ਜਿਹੜੇ ਕਹਿੰਦੇ ਨੇ ਨਾ ਕਿ ਚਲੋ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਪਰ ਸਾਡੇ ਇੱਕ ਸਮਾਜ ਦਾ, ਸਾਡੇ ਇੱਕ ਪੰਜਾਬੀਆਂ ਦੀ ਭਾਸ਼ਾ ਜਾਂ ਅਖਾਣ ਕਹਿ ਲਓ ਜੀ, ਕਈ ਲੋਕ ਛਿੱਤਰ ਦੇ ਯਾਰ ਹੁੰਦੇ। ਹੁਣ ਇਹ ਕੀ ਹੈ ਕਿ ਇਹਨਾਂ ਲੋਕਾਂ ਨੂੰ ਰੋਕ ਪਾਉਣ ਵਾਸਤੇ ਇੱਕ ਕਾਨੂੰਨ ਹੈ, ਜਿਹੜਾ ਵੀ ਕੋਈ ਮਰਿਆਦਾ ਤੋੜਦਾ ਆ ਜੀ, ਤੇ ਉਸ ਮਰਿਆਦਾ ਨੂੰ ਲਾਗੂ ਕਰਨ ਵਾਸਤੇ ਜਾਂ ਸਿਖਾਉਣ ਵਾਸਤੇ ਜਾਂ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਦੇ ਵਿਰੁੱਧ ਉਹ ਕਾਨੂੰਨ ਹੈ ਜੀ। ਹੁਣ ਗੱਲ ਕੀ ਹੈ, ਮੇਰੀ ਬੇਨਤੀ ਇੰਨੀ ਕੁ ਹੈ, ਦੇਖੋ ਪਹਿਲੀ ਗੱਲ ਕਿ ਰਾਜਨੀਤੀ ਵਿੱਚ ਹਰੇਕ ਸ਼ਬਦ ਦੀ ਜਿਹੜੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਦੂਜੀ ਗੱਲ, ਜਿਹੜਾ ਮੁੱਖ ਮੰਤਰੀ ਹੈ, ਇਹ ਕੋਈ ਐਵੇਂ
ਕਿਵੇਂ ਨਹੀਂ ਗਏ ਕਿ ਇਹ ਪਿੰਡ ਦਾ ਕੋਈ ਨੰਬਰਦਾਰ ਨਹੀਂ ਗਾ ਜਾਂ ਪਿੰਡ ਦਾ ਕੋਈ ਪੰਚਾਇਤ ਮੈਂਬਰ ਨਹੀਂ ਗਾ ਜਾਂ ਚੌਂਕੀਦਾਰ ਨਹੀਂ ਗਾ। ਇਹ ਸਟੇਟ ਦਾ ਹੈੱਡ ਹੈ ਔਰ ਇਹਦੇ ਮੂੰਹ ਨਿਕਲੀ ਹੋਈ ਗੱਲ ਇੱਕ ਇਤਿਹਾਸ ਬਣਦੀ ਹੈ। ਬਿਲਕੁਲ ਅਸਾਂ ਖੇਡ ਬਣਾ ਕੇ ਰੱਖਤੀ। ਠੀਕ ਹੈ। ਹੋਰ ਹੀ ਰੋਜ਼ ਮੁੱਖ ਮੰਤਰੀ ਨੂੰ ਸੇਧ ਦੇਣ ਵਾਲੀ ਗੱਲ ਕਰਨੀ ਚਾਹੀਦੀ ਆ, ਡਿਵੈਲਪਮੈਂਟ ਵਾਲੀ ਗੱਲ ਕਰਨੀ ਚਾਹੀਦੀ ਆ। ਮੁੱਖ ਮੰਤਰੀ ਦੇ ਅਹੁਦੇ ਦੀ ਇੱਕ ਮਰਿਆਦਾ ਆ, ਇੱਕ ਗਰਮਾ ਆ, ਇੱਕ ਸ਼ਬਦਾਵਲੀ ਹੈ। ਠੀਕ ਹੈ ਜੀ, ਬਿਲਕੁਲ। ਸ਼ਬਦਾਵਲੀ ਸਾਡੇ ਮੁੱਖ ਮੰਤਰੀ ਦੇ ਮੂੰਹ ਸੁਣੀ ਜੇ। ਪਤਾ ਨਹੀਂ ਕਿੱਥੋਂ ਉਹ ਸਟੇਜੀ ਕਲਾਕਾਰ ਵਾਲੀ ਭਾਸ਼ਾ ਅਜੇ ਤੱਕ ਜਾਂਦੀ ਨਹੀਂ। ਤੁਸੀਂ ਮੋਰਿਓ ਰਾਜ ਚਾਹੁੰਦੇ ਸੀ, ਰਾਜ ਮਿਲ ਗਿਆ। ਹੁਣ ਰਾਜ ਕਰੋ, ਲੋਕਾਂ ਨੂੰ ਚੰਗੀ ਸਰਕਾਰ ਦਿਓ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਨਹੀਂ, ਨਸ਼ਿਆਂ ਦਾ ਕਹਿਰ ਵਾਪਰਨ ਡਿਆ ਆ, ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਕਰਪਸ਼ਨ ਅੰਤਾਂ ਦੀ ਹੋ ਗਈ ਹੈ। ਔਰ ਕਰੈਕਟਰ ਜਿਹੜਾ ਆ ਸਾਡੇ ਮੰਤਰੀਆਂ ਦੇ ਕਰੈਕਟਰ ਜਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਆ, ਔਰ ਨਿਤ ਨਵੀਂ ਤੋਂ ਨਵੀਂ ਕਹਾਣੀ ਜਿਹੜੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸਰਕਾਰ ਦੇ ਵਿੱਚ ਬੈਠੇ ਹੋਏ ਲੋਕਾਂ ਦੀ। ਠੀਕ ਹੈ ਬਲਟੋਹਾ ਸਾਹਿਬ, ਮੈਂ ਪੁਆਇੰਟ ਦੇ ਉੱਤੇ ਆਵਾਂ। ਤੁਸੀਂ ਬਹੁਤ ਡਿਟੇਲ ਦੇ ਵਿੱਚ ਆਪਣੀ ਗੱਲ ਰੱਖ ਲਈ। ਤੁਸੀਂ ਕੇਸ ਕਰਨ ਜਾ ਰਹੇ ਹੋ ਅਗਲੇ 1-2 ਦਿਨ ਦੇ ਵਿੱਚ, ਮਾਣਹਾਨੀ ਦਾ ਕੇਸ ਹੋ ਜਾਏਗਾ ਫਾਈਲ, ਉਮੀਦ ਕਰਨ ਜਿਹੜੇ ਇਸ ਸਮੇਂ ਦਰਸ਼ਕ ਸੁਣ ਰਹੇ ਨੇ। ਇਹ ਚ ਕੋਈ ਡਰਾਮਾ ਨਹੀਂ। ਦੇਖੋ ਇਹ ਵਕੀਲ ਸਾਹਿਬ ਬੈਠੇ ਨੇ ਜੀ, ਇਹਨਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੋਣਾ ਹੈ ਕਿ ਇੱਕ ਪ੍ਰੋਸੈਸ ਹੈ, ਉਹ ਪ੍ਰੋਸੈਸ ਕੰਪਲੀਟ ਕਰਨਾ ਪੈਂਦਾ ਆ। ਠੀਕ ਹੈ। ਤੁਸੀਂ ਲੀਗਲ ਨੋਟਿਸ ਦਿੱਤਾ ਆ, ਉਹਦੇ ਵਿੱਚ ਟਾਈਮ ਬਾਉਂਡ ਕੀਤਾ ਆ, ਔਰ ਉਸ ਟਾਈਮ ਦੇ ਖਤਮ ਹੋਣ ਤੋਂ ਬਾਅਦ ਹੀ ਤੁਸੀਂ ਜਿਹੜਾ ਅਗਲਾ ਰਸਤਾ ਅਖਤਿਆਰ ਕਰ ਸਕਦੇ ਤੇ ਰਸਤਾ ਅਖਤਿਆਰ ਕਰਾਂਗੇ। ਠੀਕ ਹੈ। ਤੇ ਕੇਜਰੀਵਾਲ ਨੇ ਤੇ ਤਰਲੇ ਮਾਰ ਕੇ ਮੇਰੇ ਨਾਲ ਹੀ ਮਾਫੀ ਮੰਗੀ ਸੀ। ਮੈਨੂੰ ਪਤਾ ਜਿਹੜੀਆਂ ਗੱਲਾਂ ਕਰਦੇ ਰਹੇ ਇਹ ਲਿਖਤੀ ਤੌਰ ਤੇ ਵੱਖਰੀ ਗੱਲ ਆਈ ਨਾ, ਜੋ ਗੱਲਾਂ ਕਰਦੇ ਰਹੇ ਨੇ, ਜੋ ਇਹਨਾਂ ਨੂੰ ਗਾਲਾਂ ਕੱਢਦੇ ਰਹੇ ਨੇ। ਠੀਕ ਹੈ, ਚਲੋ ਆਪਾਂ ਜਵਾਬ ਲੈਣੇ ਆ ਸਰ, ਆਪਾਂ ਚਰਚਾ ਨੂੰ ਅੱਗੇ ਵਧਾਈਏ। ਮਤਲਬ ਇੱਕ ਗੱਲ ਕਲੀਅਰ ਹੈ ਕਿ ਤੁਸੀਂ ਉਹ ਠੀਕ ਹੈ ਪ੍ਰੋਸੈਸ ਦਾ ਜ਼ਿਕਰ ਕਰ ਦਿੱਤਾ ਕਿ ਉਹ 5 ਦਿਨ ਦਾ ਤੁਸੀਂ ਟਾਈਮ ਦਿੱਤਾ ਤਾਂ ਲੀਗਲ ਪ੍ਰੋਸੈਸ ਹੈ, ਉਸ ਹਿਸਾਬ ਦੇ ਨਾਲ ਹੀ ਹੁਣ ਅੱਗੇ ਵਧਣਾ ਹੋਏਗਾ। ਮੈਂ ਰੁਕ ਕਰ ਲੈਣਾ। ਠੀਕ ਹੈ, ਸੰਘੇੜਾ ਸਾਹਿਬ ਦਾ ਰੁਕ ਕਰਦਾ। ਸੰਘੇੜਾ ਸਾਹਿਬ ਦੇਖੋ, ਨੱਥ ਪਾਉਣੀ ਪੈਣੀ ਹੈ, ਇਹ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਡਿੱਚਾ ਰੱਖਿਆ ਹੋਇਆ। ਹੁਣ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਨਾ ਆਪਾਂ ਇੱਕ ਆਮ ਤੌਰ ਤੇ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ ਔਰ ਜ਼ਿਕਰ ਹੁੰਦਾ ਕਿ ਭਾਜੀ ਮੋੜਨ ਵਾਲਾ ਰਿਵਾਜ ਬਹੁਤ ਹੈ ਪੰਜਾਬ ਦੇ ਵਿੱਚ। ਆਮ ਤੌਰ ਤੇ ਦੋ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕੋਈ ਗੱਲ ਹੋ ਜਾਵੇ ਫਿਰ ਕਿਹਾ ਜਾਂਦਾ ਕਿ ਭਾਜੀ ਮੋੜਾਂਗੇ ਅਸੀਂ ਵੀ। ਇਹ ਤਾਂ ਸਿਆਸਤ ਦੇ ਵਿੱਚ ਉਹੀ ਨਜ਼ਰ ਆ ਰਿਹਾ ਹੈ ਕਿ ਭਾਜੀ ਮੋੜੀ ਜਾਂਦੀ ਹੈ ਤੇ ਇੱਕ ਬਿਆਨ ਦੇ ਨਾਲ 2 ਬਿਆਨ ਹੋਰ ਲਗਾ ਕੇ ਮੋੜ ਦਿੱਤੀ ਜਾਂਦੀ ਹੈ, ਫਿਰ ਦੂਜੇ ਵਾਲੇ ਪਾਸੇ ਜਾਂਦੀ ਹੈ, ਫਿਰ ਉਹ ਵੀ 2 ਨਵੇਂ ਬਿਆਨ ਲਗਾ ਕੇ ਭਾਜੀ ਮੋੜ ਦਿੰਦੇ ਨੇ। ਬਸ ਇਹੀ ਵਾਰ ਪਲਟਵਾਰ ਚੱਲ ਰਿਹਾ ਤੇ ਇਸ ਵਿਚਾਲੇ ਹੁਣ ਰੁਖ ਹੋ ਗਿਆ ਅਦਾਲਤ ਵਾਲੇ ਪਾਸੇ ਦਾ। ਸੰਘੇੜਾ ਸਾਹਿਬ ਨਹੀਂ ਗੌਰਵ ਜੀ, ਦੇਖੋ ਗੱਲ ਕਿੱਥੋਂ ਸ਼ੁਰੂ ਹੋਈ ਹੈ? ਗੱਲ 1 ਨਵੰਬਰ ਤੋਂ ਸ਼ੁਰੂ ਹੋਈ ਆ ਜੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਆ 1 ਨਵੰਬਰ ਦਾ ਭਗੌੜਾ ਆ, ਔਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਾਹਿਬ ਐਕਚੁਅਲੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ, ਉਹ ਭਗੌੜੇ ਆ 1 ਨਵੰਬਰ ਦੇ। ਪਹਿਲਾਂ 15-20 ਦਿਨ ਮਹੀਨਾ ਗੱਲ ਕਰਦੇ ਰਹੇ, ਕਦੇ ਜਗ੍ਹਾ ਠੀਕ ਨਹੀਂ, ਕਦੇ ਏਜੰਡਾ ਠੀਕ ਨਹੀਂ, ਸਾਰਾ ਕੁਝ ਹੁੰਦਾ ਰਿਹਾ ਤੇ ਐਂਡ ਤੇ ਆ ਕੇ ਉੱਥੇ ਆਏ ਨਹੀਂ। ਜਾਂ ਤਾਂ ਉੱਥੇ ਆਉਂਦੇ ਆ ਕੇ ਉੱਥੇ ਬਹਿਸ ਕਰਦੇ, ਤੇ ਉੱਥੇ ਜੋ ਸੀਐਮ ਸਾਹਿਬ ਨੇ ਤੱਥ ਪੇਸ਼ ਕੀਤੇ ਆ ਉਹਨਾਂ ਨੇ ਲੀਗਲ ਨੋਟਿਸ ਦਿੱਤਾ। ਜਿਹੜਾ ਇਹ ਬਲਟੋਹਾ ਸਾਹਿਬ ਕਹਿ ਰਿਹਾ ਕਿ ਨੱਥ ਪਾਉਣ ਲਈ ਹਿੰਮਤ ਚਾਹੀਦੀ ਆ, ਸੱਚੇ ਹੋਣੇ ਚਾਹੀਦੇ ਹੋ, ਤੇ ਉਹਦੇ ਵਾਸਤੇ ਜਿਹੜੇ ਕਾਨੂੰਨ ਦਾ ਸਹਾਰਾ ਲੈਣਾ ਆ ਤਾਂ ਤੁਹਾਡੇ ਕੋਲ ਫੈਕਟਸ ਹੋਣੇ ਚਾਹੀਦੇ ਆ। 1 ਨਵੰਬਰ ਨੂੰ ਭਗਵੰਤ ਮਾਨ ਸਾਹਿਬ ਨੇ ਤੱਥ ਪੇਸ਼ ਕੀਤੇ ਸੀਗੇ ਤੇ ਉਹ ਇਹਨਾਂ ਨੂੰ ਕੌੜੇ ਲੱਗੇ। ਲੋਕਾਂ ਚ ਤਾਂ ਪਹਿਲੇ ਆਈਸੋਲੇਟਡ ਨੇ, ਉਹ ਚ ਫੇਰ ਹੋਏ ਹੋ ਗਈ। ਮਤਲਬ ਤੁਸੀਂ ਹੁਣ ਵੀ ਸਟੈਂਡ ਕਰਦੇ ਹੋ ਆਪਣੀ ਗੱਲ ਦੇ ਉੱਤੇ, ਬਾਲਾਸਰ ਨਹਿਰ ਵਾਲੀ ਗੱਲ ਦੇ ਉੱਤੇ? ਹਾਂਜੀ ਬਿਲਕੁਲ, ਹੋਰ ਵੀ ਤੱਥ ਸੀਗੇ। ਤੇ ਅੱਜ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਰਾਸ਼ਟਰੀ ਕਨਵੀਨਰ, ਉਹ ਤਾਂ ਉੱਥੇ 867 ਕਰੋੜ ਦਾ ਪੈਕੇਜ ਦੇਣ ਗਏ ਸੀ ਹੁਸ਼ਿਆਰਪੁਰ ਵਾਸੀਆਂ ਨੂੰ, ਲੋਕ ਸਭਾ ਦੇ ਹਲਕੇ 'ਚ ਖਰਚਿਆ ਜਾਣਾ ਆ ਜੀ। ਔਰ ਇੱਕ ਇਤਿਹਾਸਕ ਦਿਨ ਹੈ ਅੱਜ ਦਾ। ਤੇ ਜੋ ਇਹਨਾਂ ਨੇ ਪਹਿਲੇ ਨੋਟਿਸ ਦਾ ਜਿੰਨੇ ਦਿਨਾਂ ਦਾ ਪ੍ਰਚਾਰ ਕਰਿਆ ਉਹਦਾ ਜਵਾਬ ਤਾਂ ਦੇਣਾ ਹੀ ਸੀਗਾ ਸੀਐਮ ਸਾਹਿਬ ਨੇ। ਸੀਐਮ ਸਾਹਿਬ ਨੇ ਕੋਈ ਮਾੜੀ ਭਾਸ਼ਾ ਨਹੀਂ ਵਰਤੀ ਹੈਗੀ। ਉਹਨਾਂ ਨੇ ਕਲੀਅਰ ਕਰਤਾ ਕਿ ਕਰ ਦੋ ਕੇਸ, ਆ ਜਾਓ, ਲੰਘਿਆਓ, ਲੰਘਿਆਓ, ਮੈਂ ਤਿਆਰ ਹਾਂ। ਉਹਨਾਂ ਨੇ ਚੈਲੰਜ ਕਬੂਲ ਕੀਤਾ। ਬਲਟੋਹਾ ਸਾਹਿਬ ਇਲਜ਼ਾਮ ਲਗਾ ਰਹੇ ਕਿ ਤੁਸੀਂ ਹੱਦਾਂ ਟੱਪੀਆਂ ਨੇ ਸਿਆਸਤ ਦੇ ਵਿੱਚ ਬਿਆਨਬਾਜ਼ੀ ਕਰਦੇ ਹੋਏ। ਨਹੀਂ, ਬਿਆਨਬਾਜ਼ੀ ਕਰਦੇ ਹੋਏ ਤੁਸੀਂ ਦੇਖੋ ਨਾ, ਵੱਡੇ ਬਾਦਲ ਸਾਹਿਬ, ਚਲੋ ਮੈਂ ਉਹਨਾਂ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ, ਪਰ ਮੈਂ ਇੱਕ ਐਗਜ਼ਾਮਪਲ ਦੇ ਦੇਣਾ। ਬੀਬੀ ਰਜਿੰਦਰ ਕੌਰ ਭੱਠਲ ਬਾਰੇ ਇੱਕ ਵਾਰੀ ਇਲੈਕਸ਼ਨਾਂ ਦੌਰਾਨ ਕਹਿੰਦੇ ਸੀ ਗੁਆਚੀ ਗਾਂ ਵਾਂਗੂ ਦੌੜੀ ਫਿਰਦੀ ਹੈ। ਬਲਟੋਹਾ ਸਾਹਿਬ ਬਤੌਰ ਐਮਐਲਏ ਅਸੈਂਬਲੀ ਦੇ ਵਿੱਚ ਕਹਿੰਦੇ ਸੀ ਕਿ ਇਹ ਮਤਲਬ ਮੈਂ ਅੱਤਵਾਦੀ ਹੈਗਾ ਤੇ ਅੱਤਵਾਦੀ ਰਹਾਂਗਾ, ਸਾਨੂੰ ਸਿੱਖਿਆ ਦੇ ਰਹੇ ਨੇ। ਔਰ ਪਰ ਮੈਂ ਇਹ ਕਹਿਣਾ ਕਿ ਸਾਡੇ ਬੰਦਿਆਂ ਨੂੰ ਜੋ
ਸਾਡੇ ਮੁੰਡੇ ਕੁੜੀਆਂ ਨੂੰ ਜੋ ਸੁਖਬੀਰ ਬਾਦਲ ਸਾਹਿਬ ਨੇ ਕਿਹਾ ਆ ਠੀਕ ਹੈ। ਮਲੰਗ ਤੇ ਭਗਵੰਤ ਮਾਨ ਸਾਹਿਬ ਨੇ ਤੇ ਇਹੀ ਪੁੱਛਿਆ ਕਿ ਮਲੰਗ ਸਾਨੂੰ ਕੀਤਾ ਕਿਹਨੇ, ਆਪ ਤੁਸੀਂ ਜੱਦੀ ਰਾਜੇ ਮਹਾਰਾਜੇ ਬਣ ਗਏ ਹਾਂਜੀ ਸਾਰੇ ਪੰਜਾਬ ਨੂੰ ਲੁੱਟ ਕੇ, ਔਰ ਇਹਦੇ ਚ ਝੂਠ ਕਿੱਥੇ ਆ? ਉਹਨਾਂ ਨੇ ਤਾਂ ਸਿਰਫ ਜਵਾਬ ਦਿੱਤਾ ਨਾ ਇਸ ਗੱਲ ਦਾ, ਤੇ ਉਹਦੇ ਵਿੱਚ ਇਹਨਾਂ ਦਾ ਚੈਲੰਜ ਐਕਸੈਪਟ ਕਰ ਲਿਆ। ਉਹਨਾਂ ਨੇ ਤਾਂ ਕੋਈ ਸ਼ੁਰੂਆਤ ਕੀਤੀ ਨਹੀਂ ਹੈ ਇਸ ਗੱਲ ਤੇ, ਔਰ ਇਹ ਫੈਕਟ ਵੀ ਹੈ ਪੰਜਾਬ ਦੀ ਵੱਡੇ ਪੱਧਰ ਤੇ ਲੁੱਟ-ਖਸੁੱਟ ਹੋਈ ਹੈ। ਪੰਜਾਬ ਜਿਹੜਾ ਆ ਇਹ ਇੱਕ ਨੰਬਰ ਦਾ ਸੂਬਾ ਹੁੰਦਾ ਸੀਗਾ, ਕੋਈ ਕਰਜ਼ਾ ਨਹੀਂ ਸੀ ਹੁੰਦਾ, ਕੋਈ ਇਸ ਤਰ੍ਹਾਂ ਦੀ ਨਸ਼ੇ ਦਾ ਆ ਹਾਲ ਨਹੀਂ ਸੀ ਹੁੰਦਾ। ਪੰਜਾਬ ਨੂੰ ਜਾਣ ਬੁੱਝ ਕੇ ਬਰਬਾਦ ਕੀਤਾ ਗਿਆ ਤੇ ਲੁੱਟਿਆ ਗਿਆ ਆ, ਔਰ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਲੁੱਟਿਆ ਆ। ਆਮ ਆਦਮੀ ਪਾਰਟੀ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਜੁਟੀ ਹੋਈ ਆ। ਰੋਜ਼ ਭਗਵੰਤ ਮਾਨ ਸਾਹਿਬ ਕੋਈ ਨਾ ਕੋਈ ਉਦਘਾਟਨ ਕਰਦੇ ਆ, ਕੋਈ ਨਾ ਕੋਈ ਚੰਗੇ ਕੰਮ ਕਰਦੇ ਆ। ਦੇਖੋ ਗੱਲ ਇਹ ਹੈ ਸੰਗੀਰਾ ਸਾਹਿਬ ਕੀ ਸਾਡੇ ਮਲੰਗ ਇੱਕ ਮਿੰਟ ਗੌਰਵ ਜੀ, ਸਾਡੇ ਮੁੰਡੇ ਕੁੜੀਆਂ ਡਾਕਟਰ ਨੇ ਜਿਹੜੇ, ਉਹ ਮੰਤਰੀ ਨੇ, ਆਪਣਾ ਪੜ੍ਹੇ ਲਿਖੇ ਵਕੀਲ ਨੇ, ਤੇ ਬਾਕੀ ਸਧਾਰਨ ਘਰਾਂ ਦੇ ਮੁੰਡੇ ਵੀ ਨੇ ਜਿਨ੍ਹਾਂ ਨੂੰ ਪ੍ਰਤਾਪ ਬਾਜਵਾ ਸਾਹਿਬ ਕਹਿੰਦੇ ਸੀ ਮੋਬਾਈਲ ਵਾਲੇ ਆ ਗਿਆ, ਪਤਾ ਨਹੀਂ ਕਿਹੋ ਜਿਹਾ ਮਟੀਰੀਅਲ ਆ ਗਿਆ। ਤੁਸੀਂ ਭਾਸ਼ਾ ਇਹਨਾਂ ਦੀ ਦੇਖੋ, ਸੁਖਬੀਰ ਬਾਦਲ ਸਾਹਿਬ ਦੀ ਜਾਂ ਪ੍ਰਤਾਪ ਬਾਜਵਾ। ਦੇਖੋ ਪੁਆਇੰਟ ਇਹ ਹੈ ਕਿ ਜਿਹੜਾ ਮਾਨਹਾਨੀ ਦਾ ਕੇਸ ਹੈ ਉਹ ਤਾਂ ਬਾਲਾਸਰ ਵਾਲੀ ਨਹਿਰ ਦੇ ਮੁੱਦੇ ਉੱਤੇ ਦਿੱਤੀ ਗਈ ਸਟੇਟਮੈਂਟ ਦੇ ਉੱਤੇ ਹੋਣਾ ਜੋ ਹੁਣ ਤੱਕ ਆਪਾਂ ਜ਼ਿਕਰ ਕਰਦੇ ਆਏ ਹਾਂ। ਮੈਂ ਇਸ ਕਰਕੇ ਉੱਥੇ ਹੀ ਸੈਂਟਰਿਕ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਤੁਹਾਡੇ ਕੋਲ ਆਉਣਾ, ਤੁਹਾਡੇ ਗੱਲ ਦਾ ਜਵਾਬ ਵੀ ਮੈਂ ਬਲਟੋਆ ਸਾਹਿਬ ਤੋਂ ਲੈਣਾ, ਪਰ ਇੱਕ ਵਾਰੀ ਮੈਂ ਰੁਕ ਕਰਦਾ ਬਾਕੀ ਮਹਿਮਾਨਾਂ ਦਾ। ਪ੍ਰੋਫੈਸਰ ਗੁਰਮੀਤ ਸਾਡੇ ਨਾਲ ਜੁੜੇ ਹੋਏ ਨੇ। ਸਰ, ਇਸ ਬਿਆਨਬਾਜ਼ੀ ਦਾ ਕੋਈ ਟੀਚਾ ਨਜ਼ਰ ਆਉਂਦਾ? ਮੈਂ ਭਾਜੀ ਵਾਲੀ ਗੱਲ ਕਹੀ ਸੀ, ਇਹ ਤਾਂ ਸਾਫ਼ ਤੌਰ ਤੇ ਨਜ਼ਰ ਆਉਂਦਾ ਕਿ ਭਾਜੀ ਇੱਕ ਦੂਜੇ ਨੂੰ ਮੋੜੀ ਜਾ ਰਹੀ ਹੈ। ਪਹਿਲਾਂ ਬਿਆਨਾਂ ਦੇ ਜ਼ਰੀਏ ਸੀ ਤੇ ਹੁਣ ਉਹ ਗੱਲ ਨੋਟਿਸ ਤੱਕ ਪਹੁੰਚ ਚੁੱਕੀ है। देखो जी, इसका कोई, अगर आप कहो कि पब्लिक को कोई फायदा हो जाएगा, वो तो कुछ भी नहीं होता इन बातों का जी। और एक जमाने में ऐसा कहा जाता था कि जो शब्दों का जख्म होता है वो तलवार के जख्म से भी गहरा होता है, लेकिन अब राजनीति में मुझे लगता नहीं अब वो वाली बात रह गई है। क्योंकि चाहे पार्लियामेंट हो, आपको याद होगा पार्लियामेंट में भी पिछले दिनों कई ऐसी बातें कही गई, पार्लियामेंट के अंदर अभी सेशन की बात हो रही थी, विधानसभा की बात हो रही थी कि जो भाषा का इशू था, भाषा का एक मर्यादा थी, वो तो कब की खत्म हो गई, सभी राजनीतिक दलों ने खत्म कर दी जी। आजकल क्या हो गया है कि ऑफेंस इज द बेस्ट डिफेंस जिसको बोलते हैं राजनीति में, कि आप जितना एग्रेसिव हो गए उतना नेताओं को लगता है कि पब्लिक भी उनकी तरफ आकर्षित होगी, और पब्लिक भी उसको पसंद करती है जब आप स्टेज पे इस तरह की बातें करते हो जो तथ्यों में कम और मुहावरे और शब्दों में ज्यादा तीखी होती हैं, है ना। तो और जहां तक मानहानि के केस की बात है, बहुत केस होते रहते हैं। आपको मालूम है हमारे यहाँ अदालतों की प्रक्रिया इतनी लंबी है, उतने में तो चुनाव आ जाते हैं, और ये तो केवल राजनीति में एक गर्मा गर्मी होती है अब, क्योंकि लोकसभा का चुनाव आगे आना है जी। और आप जानते हो कि अब अकाली दल भी ये चाहेगा कि इस लोकसभा चुनाव में वो वापसी करे, क्योंकि विधानसभा चुनाव में तो आम आदमी पार्टी ने सभी का एक तरह से सुपड़ा साफ कर दिया था, चाहे अकाली दल हो या कांग्रेस हो जी जी। और अब उन्हें लगता है कि उनके पास एक मौका है। विधानसभा चुनाव तो अभी बहुत दूर है, लेकिन लोकसभा चुनाव अब सिर पे है, और ये साल खत्म होने वाला है, और उसके बाद अगले साल आपको पता है चुनाव होना है, 2-3 महीने पहले डेट अनाउंस हो जाती है, तो इसलिए वो एक माहौल उस तरफ बढ़ रहा है। लेकिन मुझे नहीं लगता इससे कुछ निकलता है। आमतौर पर ज्यादातर केस तो चलते रहते हैं बहुत साल तक, और ये सही बात है जो अकाली दल के साथी हमारे कह रहे थे कि माफी मांगनी पड़ी थी मजीठिया वाले बयान पे अरविंद केजरीवाल को, पर हर मामला अलग तरह का मामला है। अब वो जो ये मामला है जिसपे जो आरोप उन्होंने लगाया, और वो जो आरोप थे उनकी प्रकृति में भी अंतर था जी। तो अब ऐसे तो कहने के लिए तो आपको मालूम है मानहानि के मामले में ही तो राहुल गांधी की मेंबरशिप चली गई थी, और बाद में वो सुप्रीम कोर्ट से बहाल हुई। तो कुछ केसेस में इस तरह से होता है, लेकिन ज्यादातर केस अदालत में फाइल हो जाते हैं, उसके बाद कोई बहुत जल्दी उनमें कोई बात निकल आती है, ऐसा नहीं। तो मुझे नहीं लगता कि बहुत दूर तक वो बात जाएगी। ਗੁਰਵਿੰਦਰ ਸੰਧੂ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਸੰਧੂ ਸਾਹਿਬ, ਡੈਫਾਮੇਸ਼ਨ ਦਾ ਕੇਸ ਜਦੋਂ ਹੁੰਦਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਵੀ ਅਸੀਂ ਡਿਬੇਟ ਕਰ ਰਹੇ ਸੀ, ਉਸ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੇ ਆਪਾਂ ਲੋਕਾਂ ਨੂੰ ਸੁਣਦੇ ਹੋਏ ਬੋਲਦੇ ਹੋਏ ਸੁਣਿਆ ਕਿ ਦੇਖ ਲਾਂਗੇ ਅਦਾਲਤ ਦੇ ਵਿੱਚ ਮਾਨਹਾਨੀ ਦਾ ਕਰਾਂਗਾ ਕੇਸ, ਡੈਫਾਮੇਸ਼ਨ ਠੋਕਾਂਗਾ ਤੇਰੇ ਉੱਤੇ, ਇਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਵੱਡੇ ਸਿਆਸਤਦਾਨਾਂ ਤੇ ਇਹ ਗੱਲ ਆਉਂਦੀ ਹੈ, ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੇ ਨੇ ਉਹ ਜਦੋਂ ਮਾਨਹਾਨੀ ਦੇ ਕੇਸ ਦਾ ਜ਼ਿਕਰ ਹੁੰਦਾ ਕਿ ਕਿਸੇ ਨੂੰ ਨੋਟਿਸ ਆ ਗਿਆ, ਲੀਗਲ ਨੋਟਿਸ, ਜਿਸ ਦੇ ਵਿੱਚ ਹੈ ਕਿ ਡੈਫਾਮੇਸ਼ਨ ਕੀਤੀ ਜਾ ਰਹੀ ਹੈ ਤੁਹਾਡੇ ਉੱਤੇ, ਜਾਂ ਡੈਫਾਮੇਸ਼ਨ ਦਾ ਕੇਸ ਕਰ ਦਿੱਤਾ, ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੇ ਨੇ ਪੂਰੇ ਪ੍ਰੋਸੈਸ ਨੂੰ?
ਦੇਖੋ ਜੀ, ਜਿਹੜਾ ਡੈਫਾਮੇਸ਼ਨ ਹੈ ਆਪਣੀ ਆਈਪੀਸੀ ਦੇ ਅੰਦਰ ਸੈਕਸ਼ਨ 499 ਹੈ ਜੀ। ਹੁਣ ਅਕਾਲੀ ਦਲ ਨੂੰ ਕੋਈ ਗੱਲ ਇਹ ਜੀ ਲੱਗੀ ਵੀ ਗਲਤ ਕਹੀ ਹੈ ਸੀਐਮ ਨੇ, ਆਪਣੇ ਸੀਐਮ ਪੰਜਾਬ ਨੇ, ਉਹਨਾਂ ਨੇ ਲੀਗਲ ਨੋਟਿਸ ਦਿੱਤਾ ਤੇ ਕਿਹਾ ਵੀ ਤੁਸੀਂ 5 ਦਿਨ ਚ ਇਹਦਾ ਜਵਾਬ ਦਿਓ, ਅਦਰਵਾਈਜ਼ ਵੀ ਵਿਲ ਪ੍ਰੋਸੀਡ ਫਰਦਰ। ਹੁਣ ਇੱਥੇ ਮੈਨੂੰ ਜੋ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਜੇ ਸੀਐਮ ਸਾਹਿਬ ਕਹਿੰਦੇ ਨੇ ਵੀ ਤੁਸੀਂ ਜਾਓ ਕੋਰਟ 'ਚ ਜੀ, ਤਾਂ ਫਿਰ ਸੀਐਮ ਸਾਹਿਬ ਉਹਦਾ ਜਵਾਬ ਦੇ ਦਿੰਦੇ ਵੀ ਕਿ ਮੈਂ ਆਈ ਸਟੈਂਡ ਬਾਈ ਮਾਈ ਸਟੇਟਮੈਂਟ, ਜੋ ਮੈਂ ਕਹਿ ਰਿਹਾ, ਜੋ ਵੀ ਬਾਲਾ ਸਰ ਫਾਰਮ ਵਾਲਾ, ਕਿ ਮੈਂ ਆਪਣੀ ਸਟੇਟਮੈਂਟ ਤੇ ਖੜਦਾ, ਜਵਾਬ ਦੇ ਦਿੰਦੇ ਲੀਗਲ ਨੋਟਿਸ ਦਾ ਤੇ ਕੋਰਟ 'ਚ ਚਲੇ ਜਾਂਦਾ, ਸ਼ਾਇਦ ਥੋੜਾ ਜਿਹਾ ਟਾਈਮ ਬਚ ਜਾਂਦਾ। ਗੱਲ ਕੀ ਹੈ, ਸਿਆਸਤਦਾਨ ਜੀ ਉਦੋਂ ਇਹਨਾਂ ਕੇਸਿਸ ਨੂੰ ਮੈਟਰ ਕਰਦੇ ਨੇ ਜਦੋਂ ਕੋਈ ਕੇਸ ਐਡਮਿਟ ਹੋ ਕੇ ਉਹਦੇ ਵਿੱਚ ਪੇਸ਼ੀਆਂ ਪੈਣ ਲੱਗ ਜਾਣ ਤੇ ਦੂਜੇ ਪਾਸੇ ਕੋਈ ਇਲੈਕਸ਼ਨ ਨੇੜੇ ਹੋਵੇ, ਫਿਰ ਉਹ ਐਗਜ਼ੈਂਪਸ਼ਨਸ ਫਾਈਲ ਕਰਦੇ ਨੇ ਜੀ ਮੈਂ ਤਾਂ ਇਲੈਕਸ਼ਨ ਕੈਂਪੇਨ ਤੇ ਆ। ਸੋ ਮੇਰੇ ਖਿਆਲ ਕੇਜਰੀਵਾਲ ਸਾਹਿਬ ਨੇ ਵੀ ਉਦੋਂ ਜਦ ਮਾਫੀ ਮੰਗੀ ਸੀ ਉਦੋਂ ਇਲੈਕਸ਼ਨ ਬੜੀ ਨੇੜੇ ਸੀ ਜੀ, ਇਸੇ ਕਰਕੇ ਉਹਨਾਂ ਨੇ ਮੇਰੇ ਖਿਆਲ ਦਿੱਤਾ ਵੀ ਸੀ ਕਿਤੇ ਵੀ ਮੈਂ ਜੀ ਥਰੂ ਆਊਟ ਇੰਡੀਆ ਕੈਂਪੇਨ ਕਰਨੀ ਹੈ, ਕਿਉਂਕਿ ਕੋਰਟਸ ਦੇਖੋ, ਕੋਰਟ ਇਜ਼ ਕੋਰਟ। ਦੋਨੇ ਪਾਰਟੀਆਂ ਨੂੰ ਸਮਝਣਾ ਚਾਹੀਦਾ ਵੀ ਇਹ ਮਜ਼ਾਕ ਨਾ ਲੈਣ ਵੀ ਇਹ ਕੋਰਟ ਹੈ। ਜੇ ਕਿਸੇ ਨੇ ਕਿਹਾ ਵੀ ਆਈ ਐਮ ਡੈਫਾਮੇਸ਼ਨ ਹੋਈ ਆ, ਮੇਰੀ ਜਿਹੜੀ ਰੈਪੂਟੇਸ਼ਨ ਹੈ ਕਿਸੇ ਦੀ ਗਲਤ ਸਟੇਟਮੈਂਟ ਕਰਕੇ, ਉਹ ਵੀ ਇੱਕ ਬੰਦਾ ਇਨ ਪਬਲਿਕ ਆਫਿਸ ਜਿਹੜਾ ਕਿ ਸੀਐਮ ਹੈ ਉਹਦੇ ਨਾਲ ਹੋਈ ਹੈ, ਉਹਦਾ ਰਾਈਟ ਹੈ ਕੋਰਟ 'ਚ ਜਾਣਾ। ਆਰਟੀਕਲ 21 ਹੈ ਜਿਹੜਾ, ਉਹ ਹਰੇਕ ਬੰਦੇ ਦੀ ਇੰਟੈਲੈਕਚੁਅਲ ਫੰਡਾਮੈਂਟ ਉਹਦਾ ਰਾਈਟ ਹੈ ਵੀ ਆਪਣੀ ਰੈਪੂਟੇਸ਼ਨ ਨੂੰ ਪ੍ਰੋਟੈਕਟ ਕਰੇ। ਨਾਲ ਹੀ ਸੈਕਸ਼ਨ 19 ਹੈ ਜਿਹੜਾ, ਉਹ ਕਹਿੰਦਾ ਵੀ ਐਕਸਪ੍ਰੈਸ਼ਨ ਆਫ ਫਰੀडम ਆਫ ਜਿਹੜੀ ਆਪਾਂ ਕਹਿੰਦੇ ਐਕਸਪ੍ਰੈਸ਼ਨ ਦੀ ਵੀ ਆ, ਉਹ ਸੇਫਗਾਰਡ ਵੀ ਕਰਦਾ ਵੀ ਕੋਈ ਬੰਦਾ ਕਿਸੇ ਲਈ ਓਪੀਨੀਅਨ ਕੁਝ ਵੀ ਰੱਖ ਸਕਦਾ। ਪਰ ਹੁਣ ਗੱਲ ਇੱਥੇ ਦੇਖਣ ਵਾਲੀ ਇਹ ਹੈ ਵੀ ਜੋ ਸੀਐਮ ਸਾਹਿਬ ਨੇ ਕਿਹਾ, ਉਹਦਾ ਫਾਰਮਰ ਡਿਪਟੀ ਸੀਐਮ ਨੇ ਕਿਹਾ ਵੀ ਦਿਸ ਇਜ਼ ਰੋਂਗ, ਉਹਨੇ ਲੀਗਲ ਨੋਟਿਸ ਭੇਜਿਆ। ਹੁਣ ਸੀਐਮ ਕਹਿ ਰਹੇ ਨੇ ਵੀ ਕੋਰਟ ਜਾਓ, ਇਹਦਾ ਮਤਲਬ ਨੋਟਿਸ ਤਾਂ ਰਿਸੀਵ ਹੋ ਗਿਆ। ਠੀਕ ਹੈ। ਹਾਂਜੀ, ਹੁਣ ਉਹ ਤੋਂ ਬਾਅਦ ਜਦ ਕੋਰਟ ਦੇ ਵਿੱਚ ਪ੍ਰੋਸੈਸ ਸ਼ੁਰੂ ਹੋਊਗੀ ਤਦ ਤੋਂ ਸਮਨਸ ਵੀ ਆਉਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਸੀਐਮ ਮਾਨ ਨੂੰ ਇਹਦੀ ਕੋਈ ਏਡੀ ਫਿਕਰ ਕਰਨ ਦੀ ਲੋੜ ਹੈ, ਬਿਕੋਜ਼ ਵੈਨ ਹੀ ਇਜ਼ ਐਨ ਆਫਿਸ ਆਫ ਦੀ ਸੀਐਮ, ਉਹਨਾਂ ਕੋਲ ਸਾਰਾ ਏਜੀ ਆਫਿਸ ਹੈ, ਲੀਗਲ ਟੀਮ ਹੈ, ਉਹ ਐਗਜ਼ੈਂਪਸ਼ਨਸ ਅਪਲਾਈ ਕਰੀ ਜਾਣਗੇ। ਸੋ ਲੀਡਰਸ ਨੂੰ ਮੇਰੀ ਰਿਕੁਐਸਟ ਹੈ ਵੀ ਸੀਰੀਅਸਲੀ ਲਓ ਕੋਰਟਸ ਨੂੰ। ਇੰਨੀ ਹਵਾ ਦੇ ਵਿੱਚ ਪਬਲਿਕਲੀ ਕਹਿੰਦੇ ਨੇ, ਇੱਕ ਕਹਿੰਦਾ ਮੈਂ ਕੇਸ ਕਰੂੰ, ਦੂਜਾ ਕਹਿੰਦਾ ਕਰ ਦੇ, ਫਿਰ ਐਡਮਿਟ ਹੀ ਕਰ ਜਾਓ। ਜੇ ਤੁਹਾਡੇ ਕੋਲ ਐਡਾ ਐਵੀਡੈਂਸ ਹੈ ਕਿ ਬਾਲਾ ਸਰ ਫਾਰਮ ਹੈ ਜਿਹੜਾ, ਉਹ ਕੋਈ ਇਸ਼ੂ ਹੈ ਸਟੇਟ ਆਫ ਹਰਿਆਣਾ ਦੇ ਵਿੱਚ ਹੈ, ਕੋਈ ਕਦੇ ਉਹ ਤੇ ਇਨਕੁਆਇਰੀ ਨਹੀਂ, ਕੋਈ ਕੰਪਲੇਂਟ ਨਹੀਂ, ਕੋਈ ਕਮਿਸ਼ਨ ਨਹੀਂ, ਆਪਾਂ ਇੱਕ ਪਾਰਟੀ ਦੇ ਇੱਕ ਬੰਦੇ ਨੂੰ ਉਹਦੇ ਉੱਤੇ ਮਾੜੇ ਮਿਹਣੇ ਦੇਈ ਜਾਂਦੇ ਆ। ਠੀਕ ਹੈ। ਸੋ ਜੇ ਐਡਾ ਕੰਕਰੀਟ ਐਵੀਡੈਂਸ ਹੈ ਤਾਂ ਉਹਨਾਂ ਲੀਗਲ ਨੋਟਿਸ ਨੂੰ ਰਿਟਨ ਦੇ ਦੇਣ ਉਹਨਾਂ ਨੂੰ। ਮੈਂ ਚੁੱਪ ਕਰ ਜਾਣਗੇ ਚਾਹੁੰਦਾ ਕਿ ਜੇ ਨਹੀਂ ਹੈਗਾ ਤਾਂ ਸਟੇਟਮੈਂਟ ਦਿੱਤੀਆਂ ਜਾਂਦੀਆਂ ਨੇ, ਹੈ ਨਹੀਂ ਡੈਫਾਮੇਸ਼ਨ ਦੇ ਕੇਸ ਵਿੱਚ ਜਾ ਕੇ ਜੇਕਰ ਤੱਥ ਰੱਖੇ ਜਾਂਦੇ ਨੇ ਤਾਂ ਫਿਰ ਉਸ ਦਾ ਕੀ ਆਧਾਰ ਰਹਿੰਦਾ ਡੈਫਾਮੇਸ਼ਨ ਦਾ? ਦੇਖੋ, ਤੱਥ ਰੱਖੇ ਜਾਂਦੇ ਨੇ ਜੀ, ਕੋਰਟ ਉਹਨੂੰ ਆਬਜ਼ਰਵ ਕਰੂਗੀ, ਜੋ ਐਵੀਡੈਂਸ ਜੋ ਇਹ ਆਪਣੀ ਕੰਪਲੇਂਟ ਦੇਣਗੇ ਕੋਰਟ ਉਹਨੂੰ ਜਾਊਗੀ। ਜੇ ਤਾਂ ਉਹਦਾ ਸੀਐਮ ਆਪਣੇ ਪੰਜਾਬ ਮਾਨ ਜਵਾਬ ਦਿੰਦੇ ਨੇ ਫਿਰ ਉਹ ਜਵਾਬ ਦੇਖੂਗੀ। ਜਵਾਬ ਤੋਂ ਬਾਅਦ ਜੇ ਉਹਨੂੰ ਕੁਝ ਲੱਗਦਾ ਵੀ ਨਹੀਂ, ਜਿਹੜਾ ਕੰਪਲੇਨੈਂਟ ਹੈ ਜਿਹਨੇ ਡੈਫਾਮੇਸ਼ਨ ਫਾਈਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੀ ਹੈ ਜਿਹੜੀ, ਉਹ ਚ ਕੁਝ ਹੈ ਤਾਂ ਨੋਟਿਸ ਕਰ ਦੇਣਗੇ ਉਹਨਾਂ ਨੂੰ, ਤੇ ਨੋਟਿਸ ਤੋਂ ਬਾਅਦ ਉਹਨਾਂ ਨੂੰ ਆਪਣਾ ਪੱਖ ਰੱਖਣਾ ਪਊ। ਜੇ ਬਾਲਾ ਸਰ ਫਾਰਮ ਵਾਲਾ ਕੋਈ ਇਸ਼ੂ ਹੀ ਹੈ ਨਹੀਂ, ਇਹ ਜੀ ਕੋਈ ਗੱਲ ਹੀ ਹੈ ਨਹੀਂ, ਤਾਂ ਫਿਰ ਮੇਰੇ ਖਿਆਲ ਕੋਰਟ ਵਿਲ ਪ੍ਰੋਸੀਡ ਫਰਦਰ ਜੀ। ਫਿਰ ਸੀਐਮ ਸਾਹਿਬ ਕੋ ਵੀ ਕੋਈ ਡਿਫੈਂਸ ਨਹੀਂ। ਠੀਕ ਹੈ। ਮੈਂ ਪ੍ਰੋਫੈਸਰ ਸੰਘੇੜਾ ਸਾਹਿਬ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਂ ਇੱਕ ਛੋਟਾ ਜਿਹਾ ਸਟੇਟਮੈਂਟ ਲੈ ਲਵਾਂ। ਦੱਸ ਸੰਘੇੜਾ ਸਾਹਿਬ, ਮਤਲਬ ਪੋਲੀਟੀਕਲ ਪਾਰਟੀਆਂ ਨੂੰ ਜਾਂ ਮੁੱਖ ਮੰਤਰੀ ਦਫ਼ਤਰ ਨੂੰ ਲੱਗਦਾ ਹੋਵੇ ਕਿ ਨਹੀਂ ਕੋਈ ਵੱਡੀ ਗੱਲ ਨਹੀਂ, ਪਰ ਕੋਰਟ ਦੇ ਵਿੱਚ ਕੋਈ ਕੇਸ ਚਲੇ ਜਾਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਤਾਂ ਹੁੰਦੀ ਹੈ। ਵਕੀਲ ਸਾਹਿਬ ਸੀਨੀਅਰ ਵਕੀਲ ਨੇ, ਉਹ ਕਹਿ ਰਹੇ ਨੇ ਕਿ ਇੰਨਾ ਵੀ ਲਾਈਟਲੀ ਨਹੀਂ ਤੁਸੀਂ ਲੈ ਸਕਦੇ ਜਦੋਂ ਕੋਈ ਲੀਗਲ ਨੋਟਿਸ ਹੋਵੇ ਜਾਂ ਕਿਸੇ ਦੇ ਵੱਲੋਂ ਕੋਈ ਕੇਸ ਕੀਤਾ ਜਾ ਰਿਹਾ ਹੋਵੇ। ਨਹੀਂ, ਅਸੀਂ ਲਾਈਟਲੀ ਨਹੀਂ ਲੈ ਰਹੇ, ਕੋਈ ਲਾਈਟਲੀ ਨਹੀਂ ਲੈ ਰਿਹਾ। ਇੱਕ ਪੰਜਾਬ ਲੋਕਾਂ ਦੀ ਨਕਾਰੀ ਹੋਈ ਪਾਰਟੀ ਹੈ ਜੀ, ਤੇ ਉਹ 2.5 ਐਮਐਲਏ ਨੇ ਉਹਨਾਂ ਦੇ, ਤੇ ਉਹ ਚੈਲੰਜ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਨੂੰ, ਜਿਨ੍ਹਾਂ ਨੂੰ 92 ਐਮਐਲਏ ਦਿੱਤੇ ਪੰਜਾਬ ਦੇ ਲੋਕਾਂ ਨੇ। ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਪੰਜਾਬ ਨੂੰ ਸੁਧਾਰੋ। ਪਿਛਲੇ ਸਮੇਂ 'ਚ ਪੰਜਾਬ ਦਾ ਬਹੁਤ ਬੇੜਾ ਗਰਕ ਕੀਤਾ ਇਹਨਾਂ ਪਾਰਟੀਆਂ ਨੇ, ਤੇ ਉਹ ਆਪਣੀ ਬਾਖੂਬੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹਨਾਂ ਨੇ ਪਿਛਲੇ 20 ਮਹੀਨਿਆਂ 'ਚ ਇੰਨੇ ਕੰਮ ਕਰਤੇ ਆ ਜਿੰਨੇ ਇਹਨਾਂ ਨੇ 75 ਸਾਲਾਂ 'ਚ ਨਹੀਂ ਕੀਤੇ ਹੈਗੇ। ਉਹਨਾਂ ਜੇ ਕੋਈ ਚੈਲੰਜ ਕਰਦਾ ਵਿਰੋਧੀ ਪਾਰਟੀ ਦਾ ਪ੍ਰਧਾਨ, ਜਿਹੜੇ 1 ਨਵੰਬਰ ਨੂੰ ਉੱਥੇ ਉਸ ਡਿਬੇਟ 'ਚ ਆ ਵੀ ਨਹੀਂ ਸਕੇ, ਲੋਕਾਂ ਤੇ ਡਰ। ਠੀਕ ਹੈ, ਆਪਾਂ ਜਵਾਬ ਲਈਏ ਉਹ ਚੈਲੰਜ ਐਕਸੈਪਟ ਕਰ ਲਿਆ। ਠੀਕ ਹੈ, ਤੁਹਾਡੀ ਗੱਲ ਆ ਗਈ, ਪਰ ਗੱਲ ਇਹ ਹੈ ਕਿ ਇਹ ਤਾਂ ਇੱਕ ਚੀਜ਼ ਕਲੀਅਰ ਹੋ ਰਹੀ ਹੈ ਸੰਘੇੜਾ ਸਾਹਿਬ ਕਿ ਜਿਹੜੇ ਲੀਗਲ ਕੇਸ ਦੇ ਲਈ ਤਾਂ ਤਿਆਰ ਰਹਿਣਾ ਹੋਏਗਾ ਡੈਫਾਮੇਸ਼ਨ ਦਾ। ਉਹ ਤਾਂ ਬਸ ਕੇਸ ਕੋਲ ਟਾਈਮ ਨਹੀਂ ਹੈ ਜੀ, ਸਾਡੇ ਸੀਐਮ ਸਾਹਿਬ ਕੋਲ ਕੋਈ ਟਾਈਮ ਨਹੀਂ ਹੈ। ਉਹ ਲੋਕਾਂ ਦੀ ਭਲਾਈ ਦੇ ਵਿੱਚ, ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਰਹੇ ਨੇ। ਪਰ ਜੇ ਕੋਈ ਹਾਰਿਆ ਹੈ ਸੰਘੇੜਾ ਸਾਹਿਬ, ਅਦਾਲਤ ਤਾਂ ਸਭ ਦੇ ਲਈ ਹੈ ਨਾ, ਜੇ ਅਦਾਲਤ ਨੇ ਸੱਦ ਲਿਆ ਤਾਂ ਜਾਣਾ ਤਾਂ ਪਏਗਾ। ਫਿਰ ਤੁਹਾਨੂੰ ਵੀ ਪਤਾ ਹੈ ਜੇ ਕੋਰਟ ਦੀਆਂ ਪ੍ਰੋਸੀਡਿੰਗਸ ਚੱਲਦੀਆਂ ਰਹੀਆਂ, ਅਦਾਲਤ ਨੇ ਸੱਦ ਲਿਆ ਤਾਂ ਫਿਰ ਜਾਣਾ ਤਾਂ ਪਏਗਾ।
हाँ बिल्कुल जावांगे जी, बिल्कुल ठीक है, चलो जवाब लइए। मैं एक बार मैं ਵਲਟੋਹਾ ਸਾਹਿਬ ਦਾ ਰੁਕ ਕਰਦਾ। ਵਲਟੋਹਾ ਸਾਹਿਬ ਦੇਖੋ, ਜਿਹੜੀਆਂ ਹੱਦਾਂ ਟੱਪਣ ਦਾ ਜ਼ਿਕਰ ਹੋ ਰਿਹਾ ਸੀ, ਉਹ ਸੰਘੇੜਾ ਸਾਹਿਬ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ ਗਵਾਚੀ ਗਾਹ ਤੇ ਖਾਸ ਤੌਰ ਤੇ ਮਲੰਗ ਸ਼ਬਦ ਨੂੰ ਲੈ ਕੇ ਬਹੁਤ ਇਤਰਾਜ਼ ਹੈ ਮੁੱਖ ਮੰਤਰੀ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਨੂੰ। ਦੂਜਾ ਪੁਆਇੰਟ ਇਹ ਹੈ ਕਿ ਜਿਹੜੀ ਬਾਲਾਸਰ ਫਾਰਮ ਨੂੰ ਜਾਂਦੀ ਨਹਿਰ ਦਾ ਜ਼ਿਕਰ ਕੀਤਾ ਜਾ ਰਿਹਾ, ਜਿਸ ਦੇ ਉੱਤੇ ਪੂਰਾ ਇਹ ਡੈਫਾਮੇਸ਼ਨ ਦਾ ਕੇਸ ਟਿਕਿਆ ਹੋਏਗਾ ਸਟੇਟਮੈਂਟ ਨੂੰ ਲੈ ਕੇ, ਕਿ ਤੁਸੀਂ ਵੀ ਉਸਦੇ ਕੋਈ ਤੱਥ ਲੈ ਕੇ ਜਾ ਰਹੇ ਹੋ ਕਿ ਕਦੋਂ ਉੱਥੇ ਪਾਣੀ ਆ ਗਿਆ, ਕਦੋਂ ਨਹਿਰ ਬਣ ਗਈ, ਤੁਹਾਡੀ ਵੀ ਪੂਰੀ ਤਿਆਰੀ ਹੋਊਗੀ? ਦੇਖੋ ਗੌਰਵ ਜੀ, ਮੈਂ ਬੇਨਤੀ ਕਰਾਂ, ਇਹ 'ਚ ਕੋਈ ਦਰਾਵਾ ਨਹੀਂ ਗਿਆ ਕਿ ਸਿਆਸਤ ਦੇ ਵਿੱਚ ਅਸੀਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦੇਖਿਆ ਕਿ ਉਹ ਜੇ ਕੋਈ ਛੋਟਾ ਹੁੰਦਾ ਸੀ ਤੇ ਉਹਨੂੰ ਕਾਕਾ ਜੀ, ਤੇ ਜੇ ਹਾਣ ਦਾ ਹੁੰਦਾ ਸੀ ਤੇ ਸਰਦਾਰ ਜੀ, ਤੇ ਹਰੇਕ ਨੂੰ ਦਰਜਾ ਬਦਰਜਾ ਇੱਥੋਂ ਤੱਕ ਜਿਹੜਾ ਉਹਨਾਂ ਦਾ ਪੀਆਰ ਨਹੀਂ ਹੁੰਦਾ ਸੀਗਾ ਉਹਨੂੰ ਵੀ ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀਗੇ। ਔਰ ਉਹਨਾਂ ਦਾ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀਆਂ ਰਿਕਾਰਡਿੰਗਾਂ ਦੇਖ ਲਓ, ਸਪੀਚਾਂ ਦੇਖ ਲਓ, ਉਹਦੇ ਵਿੱਚ ਵੀ ਤੁਹਾਨੂੰ ਇੱਕ ਮਰਿਆਦਾ ਨਜ਼ਰ ਆਊਗੀ। ਔਰ ਗੱਲ ਹੈ ਕਿ ਮਰਿਆਦਾ ਪੰਜਾਬ ਦੇ ਅੰਦਰ ਰਾਜਨੀਤੀ ਦੀ ਟੁੱਟੀ ਕਦੋਂ? ਜਦੋਂ ਕੂੜ ਪ੍ਰਚਾਰ ਕੀਤਾ, ਜਦੋਂ ਮਤਲਬ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੇ ਰਾਜਨੀਤਿਕ ਇਹ ਲੋਕ ਸਮਝਣ ਲੱਗ ਪਏ ਕਿ ਜਿੰਨਾ ਤਿੱਖਾ ਬੋਲਾਂਗੇ, ਜਿੰਨਾ ਵਿਰੋਧੀ ਤੇ ਤਿੱਖਾ ਹਮਲਾ ਕਰਾਂਗੇ ਜੀ, ਭਾਵੇਂ ਝੂਠ ਹੀ ਬੋਲੀਏ ਤੇ ਸ਼ਾਇਦ ਲੋਕ ਪਸੰਦ ਕਰਦੇ ਆ, ਲੋਕ ਤਾੜੀਆਂ ਜ਼ਰੂਰ ਮਾਰਦੇ ਆ, ਪਰ ਉਹੀ ਤਾੜੀਆਂ ਮਾਰਨ ਵਾਲੇ ਸਮਾਂ ਆਉਣ ਤੇ ਵਿਰੋਧ 'ਚ ਖੜਦੇ ਆ। ਹੁਣ ਕੀ ਹੈ ਕਿ ਤਾੜੀਆਂ ਬੜੀਆਂ ਵੱਜੀਆਂ ਭਗਵੰਤ ਮਾਨ ਹੋਰਾਂ ਲਈ, ਕੇਜਰੀਵਾਲ ਹੋਰਾਂ ਲਈ। ਅਸੀਂ ਦੇਖਦੇ ਰਹੇ ਹਾਂ ਕਿ ਲੋਕ ਸਾਰਾ ਦਿਨ ਅੱਧੀ ਰਾਤ ਤੱਕ ਡਿੱਗਦੇ ਰਹਿੰਦੇ ਸੀ ਕੇਜਰੀਵਾਲ ਨੇ ਆਉਣਾ, ਭਗਵੰਤ ਮਾਨ ਨੇ ਆਉਣਾ ਆ, ਤੇ ਹੁਣ ਬੱਸਾਂ ਤੇ ਲੱਦ ਕੇ ਤਰਲੇ ਮਾਰ ਕੇ ਲਿਆਉਣਾ ਪੈਂਦਾ, ਤੇ ਉੱਥੇ ਵੀ ਨਹੀਂ ਆਉਂਦੇ ਤੇ ਫਿਰ ਪੰਡਾਲ 'ਚ ਵੀ ਨਹੀਂ ਵੜਦੇ। ਚਲੋ ਇਹ ਮੇਰਾ ਵਿਸ਼ਾ ਨਹੀਂ ਗਾ। ਮੇਰਾ ਵਿਸ਼ਾ ਹੈ ਜਿਹੜਾ ਤੁਸੀਂ ਸਵਾਲ ਕੀਤਾ, ਮਲੰਗ ਸ਼ਬਦ ਦੀ ਗੱਲ ਕੀਤੀ ਹੈ ਜਾਂ ਪਤਾ ਨਹੀਂ ਕੋਈ ਗਵਾਚੀ ਗਾਂ ਦੀ ਗੱਲ ਕਰੀ ਜਾਂਦੇ ਹੈ। ਮੈਂ ਕਹਿੰਦਾ ਕਿ ਕਿਸੇ ਨੇ ਵੀ ਵਰਤੇ ਹੋ, ਕੋਈ ਵੀ ਸ਼ਬਦ ਵਰਤਦਾ ਹੈ, ਚੰਗੀ ਗੱਲ ਹੈ ਕਿ ਸ਼ਬਦਾਂ ਦੀ ਇੱਕ ਮਰਿਆਦਾ ਰੱਖੀ ਜਾਵੇ ਜੀ। ਮੈਂ ਇਸ ਗੱਲ ਨੂੰ ਸਹੀ ਨਹੀਂ ਕਹਿੰਦਾ, ਪਰ ਕਿਉਂਕਿ ਸਾਡੇ ਨਾਲ ਵਾਪਰਿਆ ਆ, ਸਾਡੇ ਨਾਲ ਹੋਇਆ ਆ, ਇਸ ਕਰਕੇ ਜਿਹੜਾ ਆ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼ਬਦ ਵਰਤੇ ਹੈ ਤੇ ਉਹਦੇ ਪਿੱਛੇ ਇੱਕ ਉਦਾਹਰਨ ਹੈ। ਪਰ ਮੈਂ ਜਿਹੜੀ ਅੱਗੇ ਇਸ ਤੋਂ ਗੱਲ ਕਰਨਾ ਚਾਹੁੰਦਾ, ਜਿਹੜੀ ਤੁਸੀਂ ਬਾਲਾਸਰ ਵਾਲੀ ਗੱਲ ਕੀਤੀ ਹੈ ਜੀ, ਹੁਣ ਬਾਲਾਸਰ ਫਾਰਮ ਨੂੰ ਜਾਂਦੀ ਹੋਈ ਨਹਿਰ ਜਿਹੜੀ BML ਜਿਹਨੂੰ ਕਹਿੰਦੇ ਆ, ਭਾਖੜਾ ਮੇਨ ਲਾਈਨ ਜਿਹੜੀ ਹੈ, ਹਾਂਜੀ, ਉਹ 1955 ਚ ਬਣਦੀ ਹੈ ਜਦੋਂ ਹਰਿਆਣਾ ਤੇ ਪੰਜਾਬ ਇਕੱਠਾ ਸੀਗਾ। ਠੀਕ ਹੈ। ਉਸ ਤੋਂ ਅੱਗੇ ਸ਼ਾਇਦ ਪਤਾ ਨਹੀਂ ਬਰੂਆਣਾ ਜਿਹੜੀ ਨਹਿਰ ਨਿਕਲਦੀ ਵਿੱਚੋਂ, ਉਸ ਤੋਂ ਅੱਗੇ ਬਣੀ ਨਿਕਲਦੀ ਆ, ਬਣੀ ਦੇ ਵਿੱਚੋਂ ਬਾਲਾਸਰ ਜਿਹੜਾ ਮਾਈਨਰ ਆ ਉਹ ਨਿਕਲਦਾ ਆ। ਠੀਕ ਹੈ। ਔਰ ਬਾਲਾਸਰ ਮਾਈਨਰ ਦੇ ਉੱਤੇ ਬਾਦਲ ਫਾਰਮ ਤੋਂ ਪਹਿਲਾਂ 10 ਮੋਗੇ ਨੇ ਤੇ 18 ਕਿਊਸਕ ਪਾਣੀ ਉਹਨੂੰ ਮਿਲਦਾ, ਤੇ 250 ਏਕੜ ਜਿਹੜੀ ਲਗਭਗ ਜ਼ਮੀਨ ਹੈ ਬਾਦਲਾਂ ਦੀ, ਉਹਨੂੰ ਜਿਹੜਾ 7 ਕਿਊਸਕ ਪਾਣੀ ਮਿਲਦਾ ਹੈ। ਹਾਂਜੀ, ਤੇ ਬਣੀ ਕਦੋਂ ਆ? 1964 ਦੀ। ਠੀਕ ਹੈ। ਹੁਣ ਤੁਸੀਂ ਦੱਸੋ, 1964 ਦੀ ਬਣੀ ਆ, ਤੁਸੀਂ 1998 ਨਾਲ ਜੋੜੀ ਜਾਓ ਜੀ। ਬਾਦਲਾਂ ਨੇ ਰੀਲਾਈਨਿੰਗ ਕਰਾਈ ਸੀਗੀ ਜੀ ਭਾਖੜਾ ਨਹਿਰ ਦੀ, ਉਹਦੇ ਵਜਾਨੇ ਚ ਇਹਨਾਂ ਨੂੰ ਬਾਲਾਸਰ ਨਹਿਰ ਮਿਲ ਗਈ ਜੀ, ਨਿੱਜੀ ਮਿਲ ਗਈ ਜੀ। ਇੱਥੇ ਝੂਠੇ ਹੋ ਗਏ। ਹੁਣ ਰੀਲਾਈਨਿੰਗ ਦੀ ਗੱਲ ਕਰ ਲਈਏ, ਇਹ ਰਾਜਸਥਾਨ ਕਨਾਲ ਦੀ ਜਿਹੜੀ ਰਾਜਸਥਾਨ ਨੂੰ ਜਾਂਦੀ ਇੱਕ ਤੁਪਕਾ ਪਾਣੀ ਪੰਜਾਬ 'ਚ ਨਹੀਂ ਆਉਂਦਾ, ਉਹਦੀ ਰੀਲਾਈਨਿੰਗ ਕਰਾ ਰਿਹਾ 780 ਕਰੋੜ ਦੇ ਨਾਲ। 27 ਜੂਨ 2022 ਦੇ ਬਜਟ ਦੇ ਵਿੱਚ ਜਿਹੜੀ ਇੱਕ ਪ੍ਰੋਵੀਜ਼ਨ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ, ਹਰਪਾਲ ਚੀਮਾ ਜੀ ਵੱਲੋਂ, ਕਿ 780 ਕਰੋੜ ਰੁਪਏ ਦੇ ਨਾਲ, ਜਿਹਦੇ ਨਾਲ 752 ਕਿਊਸਕ ਪਾਣੀ ਜਿਹੜਾ ਵੱਧ ਜਿਹੜਾ ਆ ਰਾਜਸਥਾਨ ਨੂੰ ਜਾਣਾ ਚਾਹੀਦਾ ਆ। ਠੀਕ ਹੈ। ਉਹ ਜਿਹੜਾ ਭੇਜਣ ਵਾਸਤੇ ਰੀਲਾਈਨਿੰਗ ਦੀ ਜ਼ਰੂਰਤ ਹੈ, 780 ਕਰੋੜ ਰੁਪਇਆ ਉਹਦੇ ਤੇ ਖਰਚਾਂਗੇ ਤੇ ਖਰਚੇ ਜਾ ਰਹੇ ਆ। ਉਹ ਰੀਲਾਈਨਿੰਗ ਇਹਨਾਂ ਵਾਸਤੇ ਕੋਈ ਗੱਲ ਨਹੀਂ ਗੀ। ਉਹ ਜਿਹੜੀ ਰਾਜਸਥਾਨ ਨਹਿਰ ਹੈ ਉਹਦੀ ਰੀਲਾਈਨਿੰਗ ਕਿਉਂ ਕਰਾ ਰਹੇ ਜੀ? ਫਿਰ ਰਾਜਸਥਾਨ ਤੁਹਾਡੀ ਭੂਆ ਬੈਠੀ ਹੈ। ਠੀਕ ਹੈ। ਹਾਂਜੀ, ਉਹ ਕਿਹਨੂੰ ਪਾਣੀ ਦੇਣਾ ਜੀ? ਰਾਜਸਥਾਨ ਚ ਵੋਟਾਂ ਲੈਣੀਆਂ ਜੀ ਨਾ। ਚਲੋ ਜਵਾਬ ਲਵਾਂ ਸਰ, ਮੈਂ ਜਵਾਬ ਲਵਾਂ। ਇਸ ਗੰਦੀ ਸਿਆਸਤ ਚ ਨਹੀਂ ਪੈਂਦੇ ਕਿਉਂਕਿ ਸਰਕਾਰਾਂ ਦਾ ਫਰਜ਼ ਹੈ। ਠੀਕ ਹੈ, ਮੈਂ ਜਵਾਬ ਲਵਾਂ ਸਰ, ਥੋੜਾ ਛੋਟਾ ਰੱਖੋ ਤਾਂ ਕਿ ਵਾਰ-ਵਾਰ ਮੈਂ ਦੁਬਾਰਾ ਜਵਾਬ ਲੈ ਸਕਾਂ। ਅਸੀਂ ਇਹ ਵੀ ਕੋਸ਼ਿਸ਼ ਇਸ ਕਰਕੇ ਕੀਤੀ ਹੈ ਕਿ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਸੱਦਿਆ ਕਿ ਪੋਲੀਟੀਕਲ ਡਿਬੇਟ ਨਾ ਹੋ ਜਾਵੇ ਔਰ ਸਿੱਧੇ ਤੌਰ ਦੇ ਉੱਤੇ ਦੋਵੇਂ ਪਾਰਟੀਆਂ ਤੋਂ ਜਵਾਬ ਲੈ ਸਕੀਏ, ਜਿਹੜੇ ਐਕਸਪਰਟਸ ਨੇ ਉਹਨਾਂ ਤੋਂ ਵੀ ਸਮਝ ਸਕੀਏ ਇਸ ਪੂਰੇ ਕੇਸ ਨੂੰ। ਸੰਘੇੜਾ ਸਾਹਿਬ, ਇਹ ਟਵਿਸਟ ਕਰਨਾ ਚਾਹੁੰਦੇ ਆ ਵਲਟੋਹਾ ਸਾਹਿਬ, ਨਾਲੇ ਇਹਨਾਂ ਦੀ ਬੋਲੀ ਦੇਖ ਲਓ, ਸ਼ਬਦਾਵਲੀ ਦੇਖ ਲਓ ਕਿ ਉੱਥੇ ਇਹਨਾਂ ਦੀ ਭੂਆ ਬੈਠੀ ਹੈ। ਹਾਂਜੀ,
ਮਤਲਬ ਇੱਕ ਭੂਆ ਇੱਕ ਬਹੁਤ ਨਜ਼ਦੀਕੀ ਰਿਸ਼ਤੇ ਵਾਲਾ ਲਫ਼ਜ਼ ਹੈ। ਭੂਆ ਤੁਹਾਡੇ ਡੈਡ ਦੀ ਸਿਸਟਰ ਹੁੰਦੀ ਹੈ ਹਾਂਜੀ। ਮਤਲਬ ਇਹ ਆਪ ਸਾਨੂੰ ਸਿੱਖਿਆ ਦੇ ਰਹੇ ਨੇ ਬਟੋਹਾ ਸਾਹਿਬ, ਆਪ ਕਿੰਨਾ ਗੁੱਸੇ ਨਾਲ ਭਰੇ ਹੋਏ ਨੇ। ਗੱਲ ਤਾਂ ਗੌਰਵ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਮ ਆਦਮੀ ਪਾਰਟੀ ਰਾਜਨੀਤੀ ਤਬਦੀਲ ਕਰਨ ਆਈ ਹੈ। ਅਰਵਿੰਦ ਕੇਜਰੀਵਾਲ ਸਾਹਿਬ ਬਹੁਤ ਉੱਚਾ ਅਹੁਦਾ ਛੱਡ ਕੇ ਝੁੱਗੀਆਂ ਤੋਂ ਉਹਨਾਂ ਨੇ ਲੋਕਾਂ ਦੀ ਸੇਵਾ ਸ਼ੁਰੂ ਕੀਤੀ ਹੈ। ਇਹ ਲੋਕਾਂ ਨੇ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਤਾ। ਔਰ ਭਗਵੰਤ ਮਾਨ ਸਾਹਿਬ ਕਰੋੜਾਂ ਦੀ ਆਮਦਨ ਛੱਡ ਕੇ, ਕੋਈ ਫੇਲ ਹੋਏ ਕਲਾਕਾਰ ਨਹੀਂ ਸੀਗੇ, ਕਰੋੜਾਂ ਦੀ ਆਮਦਨ ਛੱਡ ਕੇ ਉਧਰੋਂ ਆਪਣਾ ਸਾਰਾ ਕੰਮ ਕਰ ਸਫਰ ਕਰਕੇ ਪਰ ਸੰਗੜਾ ਸਾਹਿਬ ਮੈਂ ਪੁਆਇੰਟ ਦੇ ਉੱਤੇ ਆਵਾਂ ਜਿੱਥੋਂ ਇਹ ਪੂਰੀ ਗੱਲ ਸ਼ੁਰੂ ਹੋਈ ਹੈ 1 ਨਵੰਬਰ ਤੋਂ। ਮੇਰਾ ਛੋਟਾ ਜਿਹਾ ਸਵਾਲ ਹੈ, ਤੁਸੀਂ ਉਸ ਦੇ ਵਿੱਚ ਆਪਣੀ ਗੱਲ ਕੰਕਲੂਡ ਕਰ ਦਿਓ। ਇੰਨੇ ਕੰਮ ਹੋ ਰਹੇ ਆ, ਇਹ ਜੈਲਸੀ ਕਰ ਰਹੇ ਨੇ। ਨਹੀਂ ਠੀਕ ਹੈ ਤੁਹਾਡੀ ਗੱਲ, ਤੁਸੀਂ ਆਪਣੀ ਗੱਲ ਰੱਖਿਓ। ਮੈਂ ਉਹੀ ਕਹਿ ਰਿਹਾ ਕਿ ਪੋਲੀਟੀਕਲ ਟਿੱਪਣੀਆਂ 'ਚ ਨਾ ਪੂਰਾ ਟਾਈਮ ਨਿਕਲ ਜਾਏ। ਪੁਆਇੰਟ ਇਹ ਹੈ ਕਿ ਜਿਹੜੀ ਬਾਲਾਸਰ ਨਹਿਰ ਦਾ ਜ਼ਿਕਰ ਹੋ ਰਿਹਾ ਹੈ, ਤੁਸੀਂ ਇਹ ਗੱਲ ਕਲੀਅਰ ਕਰੋ ਕਿ ਤੁਸੀਂ ਨਹਿਰ ਦੀ ਉਸਾਰੀ ਦਾ 1998 ਚ ਜ਼ਿਕਰ ਕਰ ਰਹੇ ਹੋ ਜਾਂ ਤੁਹਾਡਾ ਦਾਵਾ ਕੀ ਹੈ? ਉਹ ਕਹਿ ਰਹੇ ਨੇ ਕਿ ਲਾਈਨਿੰਗ ਰੀਲਾਈਨਿੰਗ ਜਿਹੜੀ ਹੋਈ ਹੈ ਉਹ ਪਹਿਲਾਂ ਵੀ ਹੁੰਦੀ ਹੈ ਤੇ ਉਸ ਸਮੇਂ 1998 ਦੇ ਵਿੱਚ ਹੋਈ ਸੀ, ਉਹ ਕਰਵਾ ਦਿੱਤੀ ਤੇ ਉਸ ਦਾ ਬਾਲਾਸਰ ਨਹਿਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਪਹਿਲਾਂ ਤੋਂ ਬਣੀ ਹੋਈ ਹੈ 1964 ਤੋਂ। ਉਹ ਤਾਂ ਬਟੋਹਾ ਸਾਹਿਬ ਦਾ ਵਰਸ਼ਨ ਹੈ ਨਾ, ਇਹਨਾਂ ਦੇ ਬਾਰੇ ਆ। ਨਹੀਂ ਮੈਂ ਉਹੀ ਕਹਿੰਦਾ ਨਾ, ਦੇਖੋ ਉਹ ਇਹਨਾਂ ਦਾ ਵਰਸ਼ਨ ਹੈ, ਇੱਕ ਇਹਨਾਂ ਦੇ ਬੁਲਾਰੇ ਉਹ ਕੋਈ ਤਰੀਕ ਹੋਰ ਦੱਸੀ ਜਾ ਰਹੇ ਸੀਗੇ। ਸੋ ਇਹ ਅਲੱਗ ਚੀਜ਼ ਹੈ। ਉਹ ਤਾਂ ਹੁਣ ਇਹਨਾਂ ਨੇ ਕਹਿਤਾ ਕਿ ਅਸੀਂ ਕੇਸ ਕਰਨਾ, ਅਸੀਂ ਕਹਿਤਾ ਕਰੋ ਬਈ, ਇਹ ਸਰਕਾਰੀ ਰਿਕਾਰਡ ਹੈ ਗੌਰਵ ਜੀ, ਸਰਕਾਰੀ ਰਿਕਾਰਡ ਹੈ। ਕੋਈ ਅਸੀਂ ਥੋੜੀ ਰਿਕਾਰਡ ਤਿਆਰ ਕੀਤਾ। ਜਿੱਦਾਂ ਹੁਣ ਇੱਕ ਵਕੀਲ ਸਾਹਿਬ ਵੀ ਕਹਿ ਰਹੇ ਸੀਗੇ ਕਿ ਉਹ ਹਰਿਆਣੇ ਦੀ ਗੱਲ ਆ, ਜੇ ਇਹਨਾਂ ਕੋਲ ਤੱਥ ਹੈਗੇ ਤਾਂ ਕੇਸ ਕਰਨ। ਹੁਣ ਜੇ ਪੰਜਾਬ ਦੇ ਪਾਣੀ ਦਾ SYL ਬਣਾਉਣ ਦੀ ਕੀਮਤ ਜਾ ਕੇ ਹਰਿਆਣੇ 'ਚ ਲੈ ਲਈ, ਹਰਿਆਣਾ ਪੰਜਾਬ ਦੀ ਜੁਰਿਸਡਿਕਸ਼ਨ ਨਹੀਂ ਹੈ, ਫਿਰ ਪੰਜਾਬ ਥੋੜੀ ਉਸ ਚੀਜ਼ ਤੇ ਕੇਸ ਕਰ ਸਕਦਾ ਹੈ। ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿੱਦਾਂ ਲੀਗਲ ਚੀਜ਼ਾਂ ਤੇ ਨਹੀਂ ਕੇਸ ਹੋ ਸਕਦਾ, ਪਰ ਤੱਥ ਅਸੀਂ ਸਾਹਮਣੇ ਤਾਂ ਲਿਆਉਣੇ ਹੀ ਆ। ਜਿਹੜੇ ਵੀ ਤੱਥ ਹੈਗੇ ਆ, ਜੋ ਉੱਥੇ ਡਿਬੇਟ ਕਰਨ ਦੀ ਗੱਲ ਸੀ ਜਿਹੜੀ ਮੈਂ ਪਹਿਲਾਂ ਕਹੀ ਆ, 1 ਨਵੰਬਰ ਦੀ ਡਿਬੇਟ ਰੱਖੀ ਸੀਗੀ, ਉੱਥੇ ਆਏ ਨਹੀਂ ਸੁਖਬੀਰ ਬਾਦਲ ਸਾਹਿਬ। ਉੱਥੇ ਜਿਹੜੇ ਤੱਥ ਰੱਖੇ ਗਏ ਆ ਬਕਾਇਦਾ ਪ੍ਰਿੰਟ ਕਰਕੇ ਦਿੱਤੇ ਹੋਏ ਆ। ਮਤਲਬ ਤੁਸੀਂ ਕਲੀਅਰ ਹੋ ਕਿ ਤੁਹਾਡੇ ਕੋਲ ਬਾਲਾਸਰ ਨਹਿਰ ਨੂੰ ਲੈ ਕੇ ਪੂਰੇ ਤੱਥ ਨੇ ਔਰ ਇਹ ਸਰਕਾਰੀ ਰਿਕਾਰਡ ਮੌਜੂਦ ਹੈ। ਲਿਖਤੀ ਦਿੱਤਾ ਸਾਰਾ ਕੁਝ ਗੌਰਵ ਜੀ, ਲਿਖਤੀ ਪੇਸ਼ ਕੀਤਾ ਸਾਰੀ ਰਿਪੋਰਟ। ਮੇਰੇ ਕੋਲ PDF ਹੈ, ਮੈਂ ਹੁਣੇ ਤੁਹਾਨੂੰ ਭੇਜ ਸਕਦਾ। ਮੇਰੇ ਕੋਲ ਹੈ ਸਰ 113 ਪੰਨਿਆਂ ਦੀ PDF ਹੈ ਮੇਰੇ ਕੋਲ ਵੀ, ਜਿਹੜੀ 1 ਨਵੰਬਰ ਨੂੰ ਤੁਸੀਂ ਬਣਾਈ ਤੇ ਜਾਰੀ ਕੀਤੀ। ਉਹ ਸਾਰਿਆਂ ਕੋਲ ਹੋਊਗੀ, ਸਾਰੇ ਜਰਨਲਿਸਟ ਜਿਹੜੇ ਹੈਗੇ ਨੇ ਆਮ ਲੋਕਾਂ ਕੋਲ ਵੀ ਹੋਏਗੀ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਰੁਕ ਕਰ ਲਵਾਂ, ਮੈਂ ਬਲਟੋਹਾ ਸਾਹਿਬ ਜਵਾਬ ਲਵਾਂਗਾ। ਮੈਂ ਪ੍ਰੋਫੈਸਰ ਸਾਹਿਬ ਔਰ ਗੁਰਿੰਦਰ ਸੰਧੂ ਜੀ ਦਾ ਜ਼ਿਕਰ ਕਰ ਲਵਾਂ। ਪ੍ਰੋਫੈਸਰ ਸਾਹਿਬ, ਮੇਰਾ ਇੱਕ ਸਵਾਲ ਹੈ ਕਿ ਮਾਣਹਾਨੀ ਵਾਲੇ ਮੁਕੱਦਮੇ ਕਰਕੇ ਜਾਂ ਲੀਗਲ ਨੋਟਿਸ ਭੇਜ ਕੇ ਜਿਹੜੀ ਬਿਆਨਬਾਜ਼ੀ ਜਾਂ ਬਿਆਨਬਾਜ਼ੀ ਨੂੰ ਲੈ ਕੇ ਇਤਰਾਜ਼ ਜਤਾਇਆ ਜਾਂਦਾ ਜਾਂ ਕਿਹਾ ਜਾਂਦਾ ਕਿ ਹੱਦਾਂ ਟੱਪੀਆਂ ਜਾ ਰਹੀਆਂ ਨੇ, ਕਿ ਉਹ ਰੁਕ ਸਕਦੀਆਂ ਨੇ, ਕਿ ਬਿਆਨਬਾਜ਼ੀ ਦੇ ਵਿੱਚ ਸੁਧਾਰ ਆ ਸਕਦਾ ਹੈ? ਉਹ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਮੌਜੂਦਾ ਸਰਕਾਰ ਹੋਵੇ ਜਾਂ ਸਾਬਕਾ ਸਰਕਾਰਾਂ ਹੋਣ, ਕੋਈ भी पॉलिटिकल पार्टी हो, टिप्पणियां तो सब दे वालों आउंदियां रहंदियां ने। वही मैंने कहा कि जो लैंग्वेज राजनीति में हो गई है वो तो सब पार्टियों में एक तरह की है और सारे देश में ये प्रॉब्लम है। पार्लियामेंट के अंदर भी लोग जब बोलते हैं तो उसका ध्यान नहीं रखते। जैसे वकील साहब जो हमारे हैं उन्होंने बताया कि अगर केस एडमिट हो जाए, पहले तो देखिए जब केस मान लीजिए एक पार्टी दायर करती है तो वो अपना वीडियो देगी, उनके जो डॉक्यूमेंट्स हैं जिसमें उन्होंने ये आरोप लगाए हैं जो आप कह रहे हैं, जो कुछ पेज की उनकी वहां जो जब डिबेट हुई उन्होंने जो तथ्य रखे वो डॉक्यूमेंट्स और प्लस उनके भाषण की आजकल वीडियो क्लिपिंग वगैरह तो आसानी से मिल ही जाती है, तो वो कोर्ट उनको देखेगा और फिर वो देखेगा कि क्या ऑब्जेक्शनेबल बात है। अगर वो उसको एडमिट करता है फिर वो रिप्लाई करेंगे। उसमें भी जैसे मैंने बताया कि वो उनके पास अपनी टीम है उनको जाने की, तो जरूर वो डिपेंड करता है, जो बयानबाजी रुकना है वो तो डिपेंड करता है कि कोर्ट में केस एडमिट होता है या नहीं होता है, कोर्ट उसका संज्ञान कॉग्निजेंस लेता है कि नहीं लेता है, ठीक है, तो और नोटिस जारी करता है या नहीं करता, सम्मन के लिए बोलता है या नहीं बोलता, तो उस पर डिपेंड करता है। लेकिन आज ये बयान है, कल को कोई और बयान होगा। अगर आपको याद हो तो जब कैप्टन साहब थे उस समय भी पेपरों में, न्यूज़पेपर्स में विज्ञापन जारी हुए थे बाकायदा, तो प्राइवेट विज्ञापन आप समझते ही हैं जो जारी हुए थे, उस समय भी बहुत विवाद हुआ था क्योंकि उन विज्ञापनों में सीधा अमरिंदर सिंह जी पे आरोप लगाया गया था। दोनों तरफ से इस तरह की चीजें चली थी जिनमें कई बातें बहुत ऑब्जेक्शनेबल थी। जी इस चुनाव की बात नहीं कर रहा जो पिछले हुए, उससे पहले की बात अगर आपको याद हो तो एक बार विज्ञापनों को लेकर भी बहुत कंट्रोवर्सी हुई थी क्योंकि विज्ञापन 17 का जिक्र है। हाँ जी तो संस्थाएं दे देती हैं, उसमें राजनीतिक पार्टी सीधे तौर पे देती नहीं, वो कहते हैं हमने दिया नहीं ये वो, तो ये चलन तो नहीं रुकेगा। आज मैंने जैसे बताया ये बयान है, कल को कोई और बयान होगा, उसमें जब तक
ये बात अच्छी है जो वो कह रहे हैं कि भाई पब्लिक अगर मन में रखती है केवल तालियां पीटती है, लेकिन सवाल ये कि अरविंद केजरीवाल तो बार बार रिपीट कर रहे हैं। तो वहां पर पंजाब में तो चलो पहली बार सरकार बनी है जी, तो इसका मतलब कि पब्लिक के लिए भी ये जो चीज है, अगर लोगों को, नेताओं को ये लगने लगे कि भाई पब्लिक इसे नापसंद करेगी तो शायद वो रुकेंगे, अगर पब्लिक उनको कटघरे में खड़ा करेगी। ठीक है, मतलब आपको लग रहा है कि फिलहाल तो लोगों को जो पब्लिक है उनको भी पसंद आती है इस तरह की टिप्पणियां ना। जब आप फिल्में देखते हैं ना, जब आप देखते हैं जब वो डिशुम डिशुम होती है जी, तो लोग जो है वो तालियां बजाते हैं, है ना? तो वो एक जो एग्रेशन की बात है ना जो सोसाइटी में आ रही है जी, वो एक सीरियस इशू है जिस तरफ सबको सोचना चाहिए कि भाषा की हमारी सारी सीमाएं टूटती जा रही है। ये मैं कहने की कोशिश कर रहा हूँ। अगर आप लैंग्वेज को नहीं समझेंगे, पहले एक जमाने में कहते थे ना, जैसे मैंने कहा कि कमान से निकला तीर और मुंह से निकली बात वापस नहीं आती, है ना? इतना इसको इंपॉर्टेंस दी जाती थी कि भाई अगर आपकी जबान से आप 100 बार सोच के बोलिए, है ना, शब्द जो है उनको। और आपका पॉइंट तो बड़ा जबरदस्त है। बात यह भी है कि देखिए आज की डेट में तो ये भी होता है कि किसी पॉलिटिकल लीडर या पार्टी को लेकर बहुत तल्ख टिप्पणियां कर दी जाती हैं, उसके बाद उसी पार्टी में वो लीडर शामिल भी हो जाता है, और ये लगभग हर पार्टी में इस तरह के लीडर नजर आते हैं। ये रास्ता भी ढूंढ लिया जाता है कि मीडिया पे डाल दिया जाता है कि जी मिसकोट किया था। हाँ। बाद में कह देते हैं जी मिसकोट किया था, जी हमारा रेफरेंस बिल्कुल, ये स्टेटमेंट भी आजकल बिल्कुल फिक्स है कि बाद में बोला जाएगा तोड़ मरोड़ कर पेश किया गया। ठीक है, मैं संधू साहब ਦਾ रुख कर लवां। संधू साहब एक समझना चाहांगे कि ਜਿਹੜੀਆਂ ਪ੍ਰੋਸੈਸ ਪੂਰਾ ਹੁੰਦਾ, ਪ੍ਰੋਸੀਡਿੰਗਸ ਹੁੰਦੀਆਂ ਨੇ ਡੈਫਾਮੇਸ਼ਨ ਦੇ ਕੇਸ ਦੇ ਵਿੱਚ, ਇਹ ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਜੇ ਅੱਜ ਕੇਸ ਹੋ ਗਿਆ, ਜੇ ਨਵੰਬਰ 2023 ਦੇ ਵਿੱਚ ਕੋਈ ਕੇਸ ਕਰ ਦਿੱਤਾ ਗਿਆ ਜਾਂ ਹੋ ਗਿਆ ਤਾਂ ਇਹਦਾ ਨਿਪਟਾਰਾ ਹੋਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ? ਜਿਹੜਾ 499 500 ਧਾਰਾ ਦੇ ਤਹਿਤ ਡੈਫਾਮੇਸ਼ਨ ਦਾ ਕੇਸ ਕਰ ਦਿੱਤਾ ਜਾਂਦਾ ਹੈ ਤਾਂ ਕਿ ਇਹ ਆਮ ਕੇਸਾਂ ਦੀ ਤਰ੍ਹਾਂ ਹੁੰਦਾ ਹੈ ਜਾਂ ਕੋਈ ਜਲਦੀ ਹੁੰਦਾ ਹੈ, ਜਾਂ ਇਹ ਸਮਝਿਆ ਜਾਵੇ ਕਿ 2 4 5 ਸਾਲ 10 ਸਾਲ ਵੀ ਨਿਕਲ ਸਕਦੇ ਨੇ? देखो गौरव जी, ਜਿਹੜੀ ਗੱਲ ਆ ਮੈਂ ਫੇਰ ਕਹਿ ਰਿਹਾ ਵੀ ਜੇ ਆਪਾਂ ਕਹੀਏ ਗੱਲ ਵੀ ਪੋਲਿਟਿਕਸ ਦੇ ਵਿੱਚ ਪੋਲੀਟੀਸ਼ੀਅਨਸ ਦੀ ਜ਼ੁਬਾਨ ਨੂੰ ਜਿਹੜਾ ਡੈਫਾਮੇਸ਼ਨ ਹੈ ਇਹ ਕੰਟਰੋਲ ਕਰੂਗਾ ਤਾਂ ਆਪਾਂ ਭੁੱਲ ਜਾਈਏ। ਜਿਹੜੇ ਐਟੀਕੇਟਸ ਨੇ, ਜਿਹੜੀ ਕਹਿੰਦੇ ਆ ਵੀ ਸਿਆਣਿਆਂ ਨੇ ਕਿਹਾ ਵੀ ਮੱਤ ਹੈ, ਅਕਲ ਹੈ, ਜ਼ੁਬਾਨ ਹੈ, ਇਹਨਾਂ ਨੂੰ ਆਪ ਹੀ ਆਪਣੀ ਮਾਈਂਡ ਕਰਨੀ ਪਊਗੀ। ਆਈ ਥਿੰਕ ਮੇਰੇ ਖਿਆਲ ਨਾਲ ਇਹਨਾਂ ਨੂੰ ਕੋਰਟ ਸੇਸ ਇੰਨੀਆਂ ਗੱਲਾਂ 'ਚ ਨਹੀਂ ਜਾਣਾ ਚਾਹੀਦਾ ਤੇ ਜਿਹੜੇ ਕੋਰ ਇਸ਼ੂਜ਼ ਨੇ ਉਹ ਤੇ ਡਿਬੇਟ ਕਰਨ। ਹੁਣ ਰਹੀ ਗੱਲ ਕੇਸ ਦੀ, ਲੀਗਲ ਨੋਟਿਸ ਦੇਤਾ ਜੀ ਇਹਨਾਂ ਨੇ, सीएम साहब ने कहता भी कर लो केस, दिस मीन्स एडमिटेड है भी उन्होंने मिल गया। हुण मैं गल कीती तां संघेड़ा साहब कहंदे जी हरियाणे दा रिकॉर्ड है तां असीं कुछ कर नहीं सकदे, तो हुण कल नूं इहनूं भी डॉक्यूमेंट दे विच लै लैण भी आ देखो जी एडमिट करदे आ। केस होऊगा, कोर्ट ਉਹਨੂੰ ਐਗਜ਼ਾਮਿਨ ਕਰੂਗੀ ਕੰਪਲੇਂਟ ਨੂੰ, ਡੈਫਾਮੇਸ਼ਨ ਦੀ ਨੂੰ ਜੀ। ਫਿਰ ਉਹ ਤੋਂ ਬਾਅਦ ਇਹ ਰਿਪਲਾਈ ਵੀ ਸੀਐਮ ਸਾਹਿਬ ਵੀ ਰਿਪਲਾਈ ਰਿਟਨ ਚ ਦੇਣਗੇ। ਜੇ ਆਪਾਂ ਕਹੀਏ ਨਾ ਜਿਵੇਂ ਕਹਿ ਰਿਹਾ ਵੀ ਕਰ ਲਓ ਮੈਂ ਤਾਂ ਦਿੰਦਾ ਨਹੀਂ, ਜਾਂ ਮੇਰਾ ਸਾਹਿਬ ਰਿਪਲਾਈ ਵੀ ਹੋਊਗੀ, ਟਾਈਮ ਵੀ ਮੰਗਿਆ ਜਾਊਗਾ, ਐਡਜਰਨਮੈਂਟਸ ਵੀ ਮੰਗੀਆਂ ਜਾਣਗੀਆਂ ਵੀ ਸੀਐਮ ਸਾਹਿਬ ਬਿਜ਼ੀ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਬਿਜ਼ੀ ਨੇ ਜਦ ਕਿਤੇ। ਸੋ ਇਹ ਮੇਰੇ ਖਿਆਲ ਨਾਲ ਪੋਲੀਟੀਸ਼ੀਅਨਸ ਨੂੰ, ਕੋਰਟਸ ਨੂੰ ਸੀਰੀਅਸਲੀ ਲੈਣਾ ਪਊਗਾ। ਟਾਈਮ ਇਹ ਚ ਕੁਝ ਵੀ ਲੱਗ ਸਕਦਾ ਗੌਰਵ ਜੀ, ਯੂ ਆਰ ਰਾਈਟ, 2 ਸਾਲ 3 ਸਾਲ 4 ਸਾਲ। ਦੇਖੋ ਪੋਲੀਟੀਸ਼ੀਅਨ ਕਦੋਂ ਜਿਹਨੂੰ ਕਹਿੰਦੇ ਆਪਾਂ ਆਉਂਦਾ ਕੜਚ ਚ, जब इलेक्शन नेड़े हुंदी आ, जे वो फड़िया जावे तो ਉਹਨੂੰ ਐ ਹੁੰਦਾ ਮੇਰੀ ਥੋੜੇ ਦਿਨਾਂ ਚ ਬੇਲ ਹੋ ਜੇ ਵੀ ਮੈਂ ਇਲੈਕਸ਼ਨ ਲੜ ਲਵਾਂ। ਜੇ ਉਹਦੀ ਕਨਵਿਕਸ਼ਨ ਹੋ ਗਈ ਤਾਂ ਉਹਨੂੰ ਐ ਹੁੰਦਾ ਮੇਰੀ ਕਨਵਿਕਸ਼ਨ ਸਟੇ ਹੋ ਜੇ, ਠੀਕ ਹੈ ਨਾ, ਵੀ ਮੈਂ ਇਲੈਕਸ਼ਨ ਲੜ ਲਵਾਂ। ਜੇ ਨੋਟਿਸ ਹੋ ਗਿਆ ਤੇ ਜਿਵੇਂ ਕਹਿ ਰਹੇ ਨੇ ਵੀ ਮੈਂ ਤਾਂ ਕਹੂੰਗਾ, ਸੀਐਮ ਸਾਹਿਬ ਕਹਿੰਦੇ ਵੀ ਕੋਰਟ ਰੋਜ਼ ਤਰੀਕਾ ਪਾਵੇ, ਬਹੁਤ ਔਖਾ ਹੈ ਜੀ ਰੋਜ਼ ਤਰੀਕਾ ਤੇ ਇੰਨਾ ਅਮਲਾ ਜਾਮਾ ਲੈ ਕੇ ਜਾਣਾ। ਸੀਐਮ ਪੰਜਾਬ ਦਾ ਜੋ ਤੁਸੀਂ ਸਿਕਿਉਰਿਟੀ ਡਿਟੇਲ ਦੇਖਦੇ ਹੋ ਉੱਥੇ ਫੇਰ ਐਡਜਰਨਮੈਂਟ ਮੰਗੀਆਂ ਜਾਣਗੀਆਂ, ਇਹ ਐਡਮਿਟ ਵੀ ਕਰ ਜਾਣ ਨਾ ਵੀ ਅਸੀਂ ਰੋਜ਼ ਤਿਆਰ ਆ ਜੀ, ਤਾਂ ਵੀ ਨਹੀਂ ਹੋ ਸਕਦਾ ਪੋਸੀਬਲ। ਸੋ ਮੇਰੇ ਖਿਆਲ ਨਾਲ ਇਹ ਮੀਰ ਸਟੇਟਮੈਂਟਸ ਨੇ। ਜਿਹੜਾ ਲਾਅ ਹੈ ਬੜਾ ਸੀਰੀਅਸ ਹੈ, ਕੋਰਟਸ ਹਰੇਕ ਕੇਸ ਨੂੰ ਸੀਰੀਅਸਲੀ ਲੈਣਗੀਆਂ, ਐਗਜ਼ਾਮਿਨ ਸੀਰੀਅਸਲੀ ਕਰਨਗੀਆਂ। ਜਿਹੜੀ ਰਿਪਲਾਈ ਤੇ ਐਵੀਡੈਂਸ ਫਰੋਮ ਦੀ ਆਪ ਪਾਰਟੀ ਆਊਗਾ, ਜੋ ਇਹ ਬਾਲਾਸਰ ਫਾਰਮ ਵਾਲਾ ਇਸ਼ੂ ਹੈ, ਜੋ ਇਹਦਾ ਐਵੀਡੈਂਸ ਹੈ ਉਹ ਪ੍ਰੂਵ ਕੀਤਾ ਜਾਊਗਾ। ਤੇ ਇਹ ਵੀ ਕੋਈ ਗੱਲ ਨਹੀਂ ਆਪਾਂ ਕਹੀਏ ਵੀ ਕੁਝ ਨਹੀਂ ਹੋਣਾ, ਹੋਣ ਨੂੰ ਕੁਝ ਵੀ ਹੋ ਸਕਦਾ। ਜੇ ਦੇਖੋ ਜ਼ਮੀਨ ਕਿਹਦੀ ਆ, ਬਾਦਲ ਫੈਮਿਲੀ ਦੀ ਆ, ਸਭ ਤੋਂ ਵੱਧ ਕਿਹਨੂੰ ਪਤਾ ਉੱਥੇ ਪਾਣੀ ਕਦੋਂ ਲੱਗਿਆ, ਕਦੋਂ ਪਾਣੀ ਆਇਆ, ਉਹ ਉਹਨਾਂ ਨੂੰ ਪਤਾ। ਸੀਐਮ ਸਾਹਿਬ ਨੂੰ ਵੀ ਮੇਰੇ ਖਿਆਲ ਹੈ ਪਰਸਨਲੀ ਇੰਨਾ ਨਹੀਂ ਪਤਾ ਹੋਣਾ। ਜੋ ਫੀਡਬੈਕ ਮਿਲਦੀ ਹੈ ਪਾਰਟੀ ਦੇ ਇਹਨਾਂ ਦੇ ਬੰਦੇ ਜੋ ਰਿਸਰਚਰਸ ਰੱਖੇ ਹੋਏ ਨੇ, ਹਰੇਕ ਪਾਰਟੀ ਨੂੰ ਐ ਹੁੰਦਾ ਵੀ ਅਸੀਂ ਕੋਈ ਗੱਲ ਕਰੀਏ, ਪੋਲੀਟੀਕਲ ਇਸ਼ੂ ਬਣ ਜਾਵੇ ਤੇ ਕੋਰ ਇਸ਼ੂ ਦੀ ਗੱਲ ਨਾ ਕੋਈ ਪੁੱਛੇ, ਜਿਵੇਂ ਪੰਜਾਬ ਦੇ ਲਾਅ ਐਂਡ ਆਰਡਰ ਦੀ, ਕੋਈ ਹੋਰ ਦੀ। ਠੀਕ ਹੈ। ਸੋ ਕੋਰਟਸ ਨੇ ਜਿਹੜੀ ਉਹਦੇ ਵਿੱਚ ਟਾਈਮ ਲੱਗਦਾ ਹੈ। ਨੋਟਿਸ ਤੋਂ ਬਾਅਦ ਕੋਰਟ ਐਗਜ਼ਾਮਿਨ ਕਰੂ, ਐਗਜ਼ਾਮਿਨ ਤੋਂ ਬਾਅਦ ਉਹ ਸੰਮਨ ਕਰੂਗੀ, ਰਿਪਲਾਈਜ਼ ਦੇਣਗੇ, ਰਿਪਲਾਈ ਲਈ ਟਾਈਮ ਵੀ ਲੈਣਗੇ, ਅਪੀਅਰੈਂਸ ਲਈ ਐਡਜਰਨਮੈਂਟਸ ਵੀ ਲੈਣਗੇ, ਤੇ ਬੜੀ ਟੀਡੀਅਸ ਪ੍ਰੋਸੈਸ ਹੈ, ਕਾਫੀ ਦੇਰ ਲੱਗ ਸਕਦੀ ਹੈ ਇਹਨੂੰ। ਮੈਂ ਫੇਰ ਕਿਹਾ ਉਦੋਂ ਹੀ ਸ਼ਿਕੰਜੇ ਚ ਆਉਂਦੇ ਆ
ਜਦੋਂ ਇਲੈਕਸ਼ਨ ਨੇੜੇ ਆ, ਕੰਪੇਨਿੰਗ ਕਰਨੀ ਆ, ਇਲੈਕਸ਼ਨ ਦੇ ਫਾਰਮ ਭਰਨੇ ਆ, ਉਦੋਂ ਹੀ ਕਰਦੇ ਆ ਜੀ ਪੋਲੀਟੀਸ਼ੀਅਨ ਜੋ ਕਰਦੇ ਆ। ਬਾਕੀ ਰਹੀ ਗੱਲ ਇਹਨਾਂ ਦੀ ਲੈਂਗੁਏਜ ਦੀ, ਮੈਂ ਪ੍ਰੋਫੈਸਰ ਸਾਹਿਬ ਜਿਹੜੇ ਆਪਣੇ ਜਰਨਲਿਸਟ ਦੇ ਸੀਨੀਅਰ ਬਿਲਕੁਲ ਸਹੀ ਆ, ਜੋ ਲੈਂਗੁਏਜ ਦਾ ਲੈਵਲ ਇਹ ਲੈ ਗਏ ਨੇ, ਆਈ ਥਿੰਕ ਸੁਣਨ ਵਾਲਾ ਨਹੀਂਗਾ ਉਹ। ਬਾਕੀ ਇਹਨਾਂ ਨੂੰ ਕੋਈ ਲਾਅ ਨਹੀਂ ਸਿਖਾ ਸਕਦਾ, ਕੋਈ ਆਨਰੇਬਲ ਸੁਪਰੀਮ ਕੋਰਟ ਨਹੀਂ ਸਿਖਾ ਸਕਦੀ, ਉਹ ਇਹਨਾਂ ਨੂੰ ਆਪ ਹੀ ਸਿੱਖਣਾ ਪਊਗਾ। ਔਰ ਮੇਨ ਗੱਲ ਡਿਪੈਂਡ ਕਰਦੀ ਆ ਇਹ ਐਮਐਲਏ ਐਮਪੀ ਕਿਉਂ ਹੈ, ਡਿਊ ਟੂ ਵੋਟਰਸ ਕਰਕੇ। ਸੋ ਜੇ ਲੈਂਗੁਏਜ ਆ, ਦੇ ਹੈਵ ਟੂ ਮਾਈਂਡ ਦੈਮਸੈਲਵਸ। ਆਪਾਂ ਇਹ ਚ ਡੈਫਾਮੇਸ਼ਨ ਦਾ ਕੋਈ ਪੁਆਇੰਟ ਵੀ ਹੈ ਨਾ, ਜੋ ਬਾਕੀ ਲੀਗਲ ਗੁਰਮੀਤ ਵੀ ਜ਼ਿਕਰ ਕਰ ਰਹੇ ਸੀ ਕਿ ਦਰਅਸਲ ਲੋਕਾਂ ਨੂੰ ਵੀ ਕੀ ਪਸੰਦ ਆਉਣ ਲੱਗ ਗਏ ਇਸ ਤਰੀਕੇ ਦੀਆਂ ਸਟੇਟਮੈਂਟਸ, ਕਿ ਲੋਕਾਂ ਨੂੰ ਲੱਗਦਾ ਕਿ ਹਾਂ ਬਹੁਤ ਵਧੀਆ। ਖਾਸ ਤੌਰ ਤੇ ਮੈਂ ਸੋਸ਼ਲ ਮੀਡੀਆ ਦਾ ਜ਼ਿਕਰ ਕਰ ਰਿਹਾ, ਬਹੁਤ ਸਾਰੇ ਕਮੈਂਟ ਜੇਕਰ ਪੜੋ ਤਾਂ ਫਿਰ ਉਹ ਪੱਖ ਦੇ ਵਿੱਚ ਵੀ ਹੁੰਦੇ ਨੇ ਕਿ ਬਹੁਤ ਵਧੀਆ, ਆ ਕਮਾਲ ਕਰਤੀ, ਇਸ ਤਰੀਕੇ ਦੀ ਸਟੇਟਮੈਂਟ ਦਿੱਤੀ ਹੈ। ਇੱਕ ਪੂਰਾ ਕਲਚਰ ਜਿਹਾ ਬਣ ਗਿਆ ਕਿ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੀਆਂ ਸਟੇਟਮੈਂਟਸ ਦਿੱਤੀਆਂ ਜਾਂਦੀਆਂ। ਖੈਰ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਬਲਟੋਆ ਸਾਹਿਬ ਔਰ ਸੰਘੇੜਾ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰ ਲਵਾਂਗਾ। ਬਲਟੋਆ ਸਾਹਿਬ, ਦੇਖੋ ਹੁਣ ਆਪਾਂ ਸਾਰੀ ਚਰਚਾ ਦੀ ਤਾਂ ਕਰ ਰਹੇ ਹਾਂ, ਹੁਣ ਟਾਰਗੇਟ ਕੀ ਹੈ ਉਸ ਦਾ ਵੀ ਤੁਸੀਂ ਜ਼ਿਕਰ ਕਰ ਦਿੱਤਾ, ਪਰ ਕੀ ਕੋਈ ਪਹਿਲ ਕਰੇਗਾ, ਉਹ ਚਾਹੇ ਅਕਾਲੀ ਦਲ ਦੇ ਨੁਮਾਇੰਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ ਜਾਂ ਬੀਜੇਪੀ ਦੇ, ਕਿ ਕੋਈ ਨੁਮਾਇੰਦਾ ਪਹਿਲ ਕਰੇਗਾ ਕਿ ਹਾਂ ਬਸ ਇਹ ਲਾਈਨ ਹੈ, ਇੱਥੇ ਫੁੱਲ ਸਟਾਪ ਹੈ, ਇਸ ਤੋਂ ਅੱਗੇ ਅਸੀਂ ਨਹੀਂ ਵਧਾਂਗੇ, ਯਾਨੀ ਖੁਦ ਇੱਕ ਕੋਈ ਲਾਈਨ ਖਿੱਚਣ ਦੀ ਕੋਸ਼ਿਸ਼ ਕਰੇਗਾ ਬਿਆਨਬਾਜ਼ੀਆਂ ਨੂੰ ਲੈ ਕੇ, ਜਾਂ ਕਰਨੀ ਚਾਹੀਦੀ ਹੈ? ਦੇਖੋ ਗੌਰਵ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਦੇਖੋ ਮੈਂ ਇੱਕ ਬੇਨਤੀ ਕਰਾਂ, ਭਾਵੇਂ ਮੈਂ ਵੀ ਇੱਕ ਰਾਜਨੀਤਿਕ ਹੈ, ਜਿਹੜਾ ਸਾਡੀ ਵੀ ਜਿਹੜੀ ਆ ਭਾਸ਼ਾ ਜਿਹੜੀ ਹੈ ਤਿੱਖੀ ਹੋ ਜਾਂਦੀ ਹੈ ਜੀ, ਪਰ ਕਿਉਂਕਿ ਸਤੇ ਬਹੁਤ ਪਏ, ਕਦੀ ਜਿਹੋ ਜੀ ਭਾਸ਼ਾ ਸਾਨੂੰ ਸੁਣਨੀ ਪੈਂਦੀ ਹੈ ਇਹਦੇ ਆਦੀ ਨਹੀਂ ਸੀ ਅਸੀਂ। ਉਹ ਭਾਸ਼ਾ ਸੁਣ ਕੇ ਹੁਣ ਦੁਖੀ ਇੰਨੇ ਕੁ ਹੋ ਗਏ ਹੈ ਕਿ ਸਾਡਾ ਵੀ ਜਿਹੜਾ ਉਹ ਤਾਪਮਾਨ ਜਾਂ ਟੈਂਪਰੇਚਰ ਕਹਿ ਲਓ, ਉਹ ਵੀ ਥੋੜਾ ਥੋੜਾ ਹੁਣ ਹਾਈ ਹੋਣ ਲੱਗ ਗਿਆ। ਪਰ ਮੈਂ ਬੇਨਤੀ ਕਰੂੰਗਾ ਕਿ ਸਾਰੀਆਂ ਪਾਰਟੀਆਂ ਨੂੰ, ਖਾਸ ਕਰਕੇ ਪੰਜਾਬ ਜਿਹੜਾ ਆ ਗੁਰਾਂ ਦੇ ਨਾਂ ਤੇ ਵਸਦਾ ਆ, ਇੱਥੇ ਜਿਹੜੀ ਇੱਕ ਮਰਿਆਦਾ ਵਾਲੀ ਭਾਸ਼ਾ ਹੋਣੀ ਚਾਹੀਦੀ ਆ। ਤੁਸੀਂ ਗੱਲ ਕਰੋ, ਆਪਦੀ ਰਾਜਨੀਤੀ ਕਰੋ, ਜੰਮ ਕੇ ਕਰੋ, ਲੋਕਾਂ ਦਾ ਕੰਮ ਕਰੋ, ਲੋਕਾਂ ਨੂੰ ਸਹੀ ਸੇਧ ਦਿਓ। ਮੈਂ ਤੁਹਾਨੂੰ ਦੱਸਦਾ ਜਿਹੜੀ ਝੂਠ ਦੀ ਹੈ, 2014 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਸ਼ਸ਼ੀ ਕਾਂਤ ਨੇ ਸ਼ਗੂਫਾ ਛੱਡਤਾ, ਸ਼ਾਇਦ ਤੁਹਾਨੂੰ ਯਾਦ ਹੋਵੇ, ਡਰੱਗ ਨੂੰ ਲੈ ਕੇ। ਮੇਰੇ ਕੋਲੇ ਇੰਟੈਲੀਜੈਂਸ ਰਿਪੋਰਟ ਹੈ ਜੀ, ਮੈਂ ਹਾਈ ਕੋਰਟ ਨੂੰ ਦਿੱਤੀ ਜੀ, ਪਤਾ ਨਹੀਂ ਕਿੱਥੇ ਕਿੱਥੇ ਦਿੱਤੀ ਜੀ। ਮੈਂ ਉਹਦੇ ਤੇ ਡੈਫਾਮੇਸ਼ਨ ਪਾਇਆ, ਚੱਲਿਆ, ਕੋਰਟ ਨੇ ਸੰਮਣ ਕੀਤਾ ਤੇ ਤਰਲੇ ਮਾਰ ਕੇ ਡੀਜੀਪੀ ਜਿਹੜੇ ਕਹਿੰਦੇ ਅਸੀਂ ਕਾਨੂੰਨ ਵੀ ਜਾਣਦੇ ਆ, ਅਸੀਂ ਆਈਪੀਸੀ ਵੀ ਜਾਣਦੇ ਆ, ਅਸੀਂ ਸੀਆਰਪੀਸੀ ਵੀ ਜਾਣਦੇ ਆ, ਤਰਲੇ ਮਾਰ ਕੇ ਉਹ ਮਾਫੀ ਮੰਗ ਕੇ ਗਿਆ। ਮੇਰੇ ਕੋਲੇ ਅੱਜ ਵੀ ਲੈਟਰ ਪਿਆ ਹੈ। ਹੁਣ ਸਾਡੇ ਮੁੱਖ ਮੰਤਰੀ ਸਾਹਿਬ ਦੀ ਭਾਸ਼ਾ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ, ਵਿਰੋਧੀਆਂ ਨੂੰ ਢੱਕੇ ਰਹੋ ਹਾਂਜੀ, ਗੁੰਡੇ, ਤੂੰ ਕੌਣ ਨਾ, ਤੇਰੀ ਗੱਲ ਦਾ ਮੈਂ ਜਵਾਬ ਨਹੀਂ ਕਰਾਂ, ਇਹ ਕੋਈ ਭਾਸ਼ਾ ਹੈ? ਠੀਕ ਹੈ ਬਲਟੋਆ ਸਾਹਿਬ, ਸਮਾਂ ਮੇਰੇ ਕੋਲ ਪੂਰਾ ਭਾਸ਼ਾ ਬਦਲਣੀ ਪਊਗੀ। ਅਸੀਂ ਤਾਂ ਬੇਨਤੀ ਕਰ ਸਕਦੇ, ਮੰਨਣੀ ਨਾ ਮੰਨਣੀ ਨਹੀਂ, ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਗੱਲ ਇਹ ਹੈ ਕਿ ਹੁਣ ਤੱਤੇ ਹੁੰਦੇ ਬਹੁਤ ਅਗਲੇ ਜਾਂ ਨੈਕਸਟ ਲੈਵਲ ਤੇ, ਉਸ ਤੋਂ ਵੀ ਨੈਕਸਟ ਲੈਵਲ ਦੇ ਉੱਤੇ ਪੂਰੀ ਬਿਆਨਬਾਜ਼ੀ ਪਹੁੰਚੀ ਹੋਈ ਹੈ। ਸੰਘੇੜਾ ਸਾਹਿਬ, ਤੁਹਾਡਾ ਫਾਈਨਲ ਕਮੈਂਟ। ਦੇਖੋ ਕੇਸ ਤਾਂ ਹੋਣ ਜਾ ਰਿਹਾ ਹੈ, ਦੂਜੀ ਗੱਲ ਇਹ ਹੈ ਕਿ ਜਿਹੜੀ ਮਰਿਆਦਾ ਦਾ ਜ਼ਿਕਰ ਹੋ ਰਿਹਾ ਕਿ ਕੋਈ ਲਾਈਨ ਖਿੱਚੀ ਜਾਏਗੀ ਕਿ ਠੀਕ ਹੈ ਕੋਈ ਦੂਜਾ ਜੋ ਮਰਜ਼ੀ ਬੋਲਦਾ ਰਹੇ, ਅਸੀਂ ਆਪਣੀ ਇੱਕ ਸਟੇਟਮੈਂਟ ਦੇ ਉੱਤੇ ਰਵਾਂਗੇ। ਹੁਣ ਅਕਾਲੀ ਦਲ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੁਸੀਂ ਜਿਸ ਤਰੀਕੇ ਨਾਲ, ਯਾਨੀ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਬੋਲ ਰਹੀ ਹੈ, ਉਹ ਸਤੇ ਹੋਏ ਨੇ, ਇਸ ਕਰਕੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ। ਗੌਰਵ ਜੀ, ਇਹ ਕਿਹੜੀ ਗੱਲ ਤੋਂ ਸਤੇ ਹੋਏ ਨੇ ਕਿ ਸਤੌਜ ਪਿੰਡ ਤੋਂ ਇੱਕ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ, ਐਂਡ ਦਿਸ ਇਜ਼ ਰਿਐਲਿਟੀ। ਇਹ ਹੰਕਾਰ ਨਾਲ ਭਰੇ ਹੋਏ ਨੇ, ਈਰਖਾ ਨਾਲ ਭਰੇ ਹੋਏ ਨੇ, ਅੰਦਰੋਂ ਬੜੇ ਦੁਖੀ ਨੇ। ਇਸੇ ਹੀ ਕਰਕੇ ਸਾਡੇ ਕਹਿੰਦਾ, ਕਦੇ ਕੋਈ ਮਟੀਰੀਅਲ ਕਹਿੰਦਾ, ਸਭ ਤੋਂ ਵੱਧ ਪੜ੍ਹੇ ਲਿਖੇ ਮੁੰਡੇ ਵੀ ਅੱਗੇ ਆਏ ਨੇ, ਸਧਾਰਨ ਘਰਾਂ ਦੇ ਮੁੰਡੇ ਵੀ ਅੱਗੇ ਆਏ ਨੇ, ਕਲਾਕਾਰ ਵੀ ਅੱਗੇ ਆਏ ਨੇ, ਔਰ ਪੰਜਾਬ ਵਿੱਚ ਸਭ ਤੋਂ ਵਧੀਆ ਕੰਮ ਹੋ ਰਿਹਾ ਹੈ। ਸ਼ੁਰੂਆਤ ਤਾਂ ਹੁਣ ਜੇ ਮੁੱਦਾ ਕੇਸ ਵੀ ਦੇਖੀਏ, ਸੁਖਬੀਰ ਬਾਦਲ ਸਾਹਿਬ ਨੇ ਸ਼ੁਰੂਆਤ ਕੀਤੀ ਹੈ, ਉਹਦਾ ਅਸੀਂ ਜਵਾਬ ਦਿੱਤਾ, ਉਹਨਾਂ ਨੇ ਨੋਟਿਸ ਦਿੱਤਾ, ਉਹਦਾ ਅਸੀਂ ਚੈਲੰਜ ਐਕਸੈਪਟ ਕਰ ਲਿਆ ਭਗਵੰਤ ਮਾਨ ਸਾਹਿਬ ਨੇ। ਸੋ ਇਹ ਗੱਲ ਜਿਹੜੀ ਆ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਅਸੀਂ ਚਾਹੁੰਦੇ ਆ ਭਾਸ਼ਾ ਦੀ ਮਰਿਆਦਾ ਰੱਖੀ ਜਾਵੇ, ਅਸੀਂ ਆਪ ਵੀ ਭਾਸ਼ਾ ਦੀ ਮਰਿਆਦਾ ਰੱਖਦੇ ਹਾਂ। ਮੈਂ ਜਿਹੜੀਆਂ ਵੀ ਗੱਲਾਂ ਦੱਸੀਆਂ ਬਲਟੋਹਾ ਸਾਹਿਬ ਨੇ, ਉਹਨਾਂ ਗੱਲਾਂ ਚੋਂ ਇੱਕ ਦਾ ਵੀ ਜਵਾਬ ਨਹੀਂ ਦਿੱਤਾ। ਤਾੜੀ ਇੱਕ ਹੱਥ ਨਾਲ ਥੋੜੀ ਵੱਜਦੀ ਹੈ। ਭਗਵੰਤ ਮਾਨ ਸਾਹਿਬ ਕੋਲ ਤਾਂ ਟਾਈਮ ਹੀ ਹੈ ਨਹੀਂ ਗਾ ਇਹਨਾਂ ਗੱਲਾਂ ਵਾਸਤੇ, ਉਹ ਤਾਂ ਦਿਨ ਰਾਤ ਇੰਨਾ ਕੰਮ ਕਰ ਰਹੇ ਨੇ। ਅੱਜ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ
ਸਾਹਿਬ ਨੇ ਵੀ ਬਹੁਤ ਸਿਫਤ ਕੀਤੀ ਭਗਵੰਤ ਮਾਨ ਸਾਹਿਬ ਦੀ ਕਿ 867 ਠੀਕ ਹੈ, ਚਲੋ ਗੱਲ ਤਾਂ ਉਹੀ ਉੱਥੇ ਪੁਆਇੰਟ ਤੋਂ ਫਿਰ ਕੇ ਆ ਗਿਆ। ਸੰਜੀੜਾ ਸਾਹਿਬ ਮੈਂ ਮਾਫੀ ਚਾਹ ਰਿਹਾ, ਵਿਚਾਲੇ ਤੁਹਾਨੂੰ ਰੋਕ ਰਹੇ ਹਾਂ, ਮੇਰੇ ਕੋਲ ਸਮਾਂ ਖਤਮ ਹੋ ਗਿਆ, ਪਰ ਤੁਹਾਡਾ ਪੁਆਇੰਟ ਲੋਕਾਂ ਤੱਕ ਪਹੁੰਚ ਗਿਆ ਹੋਵੇਗਾ ਜੋ ਤੁਸੀਂ ਗੱਲ ਰੱਖਣਾ ਚਾਹੁੰਦੇ ਸੀ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਇਹ ਬਿਆਨਬਾਜ਼ੀ ਰੁਕ ਜਾਏਗੀ ਜਾਂ ਕੋਈ ਪਹਿਲ ਕਰ ਲੇਗਾ ਕਿ ਠੀਕ ਹੈ ਤੁਸੀਂ ਜੋ ਮਰਜ਼ੀ ਬੋਲਦੇ ਰਹੋ, ਮੈਂ ਨਹੀਂ ਕੁਝ ਬੋਲਣਾ ਉਸ ਤਰੀਕੇ ਨਾਲ, ਇਹ ਮੁਸ਼ਕਿਲ ਨਜ਼ਰ ਆਉਂਦਾ। ਹੁਣ ਪੁਆਇੰਟ ਇਹ ਵੀ ਹੈ ਕਿ ਡੈਫਾਮੇਸ਼ਨ ਦਾ ਇੱਕ ਨੋਟਿਸ ਜਾਂ ਫਿਰ ਇੱਕ ਅਦਾਲਤ ਦਾ ਕੇਸ ਕਿ ਉਸ ਦੇ ਨਾਲ ਕੁਝ ਬਦਲ ਜਾਏਗਾ ਜਾਂ ਕੁਝ ਸੁਧਰ ਜਾਏਗਾ, ਉਸ ਦੇ ਵੀ ਚਾਂਸਸ ਬਹੁਤ ਘੱਟ ਨਜ਼ਰ ਆਉਂਦੇ ਨੇ, ਕਿਉਂਕਿ ਡੈਫਾਮੇਸ਼ਨ ਦਾ ਬਹੁਤ ਵੱਡੇ ਨਾਮ ਨੇ ਦੇਸ਼ ਦੇ ਵਿੱਚ ਸਿਆਸਤ ਦੇ, ਉਹਨਾਂ ਦੇ ਉੱਤੇ ਹੁੰਦੀਆਂ ਨੇ ਤੇ ਹੁੰਦੀਆਂ ਰਹੀਆਂ ਨੇ ਤੇ ਸ਼ਾਇਦ ਅੱਗੇ ਵੀ ਹੁੰਦੀਆਂ ਰਹਿਣਗੀਆਂ। ਪਰ ਫਿਰ ਵੀ ਉਮੀਦ ਕਰਦੇ ਹਾਂ ਜਨਤਾ ਤੋਂ ਵੀ, ਵੋਟਰਸ ਤੋਂ ਵੀ, ਕਿ ਜੇ ਤੁਹਾਨੂੰ ਨਹੀਂ ਪਸੰਦ ਆ ਰਿਹਾ ਕਿਸੇ ਦੀ ਕੋਈ ਵੀ ਸਟੇਟਮੈਂਟ, ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ, ਤਾਂ ਫਿਰ ਤੁਹਾਡਾ ਰਿਐਕਸ਼ਨ ਵੀ ਉਸ ਤਰੀਕੇ ਦਾ ਹੀ ਹੋਣਾ ਚਾਹੀਦਾ ਹੈ ਕਿ ਜਦੋਂ ਆਪਾਂ ਖੁਦ ਚੀਜ਼ਾਂ ਨੂੰ ਸੁਣ ਕੇ ਇੰਜੋਏ ਕਰਨ ਲੱਗ ਜਾਂਦੇ ਨੇ ਜਾਂ ਲੱਗਦਾ ਹੈ ਕਿ ਹਾਂ ਬਹੁਤ ਵਧੀਆ ਹੋ ਰਿਹਾ ਹੈ, ਤਾਂ ਫਿਰ ਹੌਲੀ ਹੌਲੀ ਉਹ ਚੀਜ਼ਾਂ ਵਿਗੜਦੀਆਂ ਚਲੀਆਂ ਜਾਂਦੀਆਂ ਨੇ।